ਨਮਸਕਾਰ, ਸਤਿ ਸ੍ਰੀ ਅਕਾਲ। ਪੰਜਾਬ ਵਾਇਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਜਨ ਗੁਸਾਈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਹੈ, ਰੇਲਵੇ ਟਰੈਕਾਂ ਤੇ ਹੈ, ਲੇਕਿਨ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਖੇਤੀ ਸੁਧਾਰ ਬਿੱਲ ਜਿਹੜੇ 3 ਬਿੱਲ ਜਿਹੜੇ ਲਿਆਂਦੇ ਗਏ ਨੇ ਔਰ ਉਹ ਹੁਣ ਕਾਨੂੰਨ ਵੀ ਬਣ ਗਏ ਨੇ, ਉਹ ਕਿਸਾਨਾਂ ਦੇ ਅੰਨਦਾਤਾ ਦੇ ਹੱਕ ਦੇ ਵਿੱਚ ਹੈ। ਲੇਕਿਨ ਇਹਦੇ ਬਾਵਜੂਦ ਕਿਸਾਨ ਜਿਹੜੇ ਨੇ ਉਹ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ, ਲਗਾਤਾਰ ਕਿਹਾ ਜਾ ਸਕਦਾ ਕਿ ਕੇਂਦਰ ਸਰਕਾਰ ਤੋਂ ਇਹ ਮੰਗ ਕਰ ਰਹੇ ਨੇ ਕਿ ਇਹ ਖੇਤੀ ਸੁਧਾਰ ਬਿੱਲ ਜਿਹੜੇ ਨੇ ਉਹਨਾਂ ਨੂੰ ਵਾਪਸ ਲਿੱਤਾ ਜਾਵੇ। ਆਖਿਰਕਾਰ ਇਹਨਾਂ ਬਿੱਲਾਂ ਦੇ ਵਿੱਚ ਕੀ ਹੈ, ਕਿਉਂ ਲੋਕ ਜਿਹੜੇ ਨੇ ਜਾਂ ਕਿਸਾਨ ਜਿਹੜੇ ਨੇ ਉਹ ਇਹਦਾ ਵਿਰੋਧ ਕਰ ਰਹੇ ਨੇ ਔਰ ਆਮ ਲੋਕਾਂ ਦੇ ਉੱਤੇ ਇਹਦਾ ਕੀ ਅਸਰ ਪਏਗਾ, ਇਸ ਬਾਰੇ ਗੱਲ ਕਰਨ ਲਈ ਅੱਜ ਮੇਰੇ ਨਾਲ ਮੌਜੂਦ ਨੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਤਾਰ ਸਿੰਘ, ਕਿਸਾਨ ਨੇਤਾ ਨੇ। ਦਤਾਰ ਜੀ, ਤੁਹਾਡਾ ਸਵਾਗਤ ਹੈ ਪੰਜਾਬ ਵਾਇਰ ਨਿਊਜ਼ 'ਤੇ। ਥੈਂਕ ਯੂ ਜੀ, ਮਿਹਰਬਾਨੀ। ਦਤਾਰ ਜੀ, ਆਖਰ ਜਿਹੜੇ ਖੇਤੀ ਸੁਧਾਰ ਬਿੱਲ ਜਿਹੜੇ ਲਿਆਂਦੇ ਗਏ ਨੇ ਹੁਣ ਕਾਨੂੰਨ ਵੀ ਬਣ ਗਏ ਨੇ, ਪਿੱਛੇ ਵੀ ਆਪਾਂ ਕਾਫੀ ਚਰਚਾ ਕੀਤੀ ਹੈ, ਪਰ ਕੇਂਦਰ ਸਰਕਾਰ ਇਹੀ ਕਹਿ ਰਹੀ ਹੈ ਕਿ ਇਹਦੇ ਨਾਲ ਕਿਸਾਨਾਂ ਦੀ ਦਸ਼ਾ ਜਿਹੜੀ ਹੈ ਉਹ ਸੁਧਰੇਗੀ। ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀ ਜਿਹੜਾ ਫਸਲ ਦਾ ਦੂਣਾ ਮੁੱਲ ਕਿਸਾਨਾਂ ਨੂੰ ਮਿਲੇਗਾ, ਉਹਦੇ ਵੱਲ ਪਹਿਲ ਕਦਮੀ ਹੈ। ਕਿਸਾਨਾਂ ਦਾ ਫਾਇਦਾ ਹੋਏਗਾ, ਆਮ ਲੋਕਾਂ ਦਾ ਫਾਇਦਾ ਹੋਏਗਾ। ਤੁਸੀਂ ਵੀ ਕਿਸਾਨ ਲੀਡਰ ਹੋ, ਕਿਸਾਨ ਜਿਹੜੇ ਸੰਘਰਸ਼ ਜਿਹੜਾ ਉਹ ਲਗਾਤਾਰ ਕਰਦੇ ਰਹੇ। ਆਖਰ ਇਹਨਾਂ ਬਿੱਲਾਂ ਦਾ ਕੀ ਵਿਰੋਧ ਕਿਉਂ ਕਰ ਰਹੇ ਹੋ, ਜਦ ਕਿ ਕੇਂਦਰ ਸਰਕਾਰ ਕਹਿ ਰਹੀ ਕਿ ਕਿਸਾਨਾਂ ਦੇ ਹੱਕਾਂ ਦੇ ਹਿੱਤਾਂ ਦੀ ਗੱਲ ਕਰ ਰਹੀ ਹੈ, ਹੱਕ ਦੀ ਗੱਲ ਕਰ ਰਹੀ ਹੈ ਔਰ ਇਹਦੇ ਨਾਲ ਆਮਦਨ ਜਿਹੜੀ ਆ ਉਹ ਦੁੱਗਣੀ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਕਿਸਾਨ ਨੂੰ। ਦੇਖੋ ਰਾਜਨ ਜੀ, ਗੱਲ ਇਹ ਆ ਕਿ ਬਹੁਤ ਸਾਰੇ ਲੇਖ ਵਿਦਵਾਨਾਂ ਦੇ ਆਏ ਆ, ਬਹੁਤ ਸਾਰੀਆਂ ਜਿਹੜੀ ਆ ਉਹ TV 'ਤੇ ਡਿਸਕਸ਼ਨਾਂ ਹੋਈਆਂ, ਹੁਣ ਵੀ ਜਾਰੀ ਹੈ। ਤੋ ਅਸਲ 'ਚ ਖੇਤੀ ਬਿੱਲਾਂ ਨੂੰ ਨਿਖੇੜ ਕੇ ਨਹੀਂ ਦੇਖਣਾ ਚਾਹੀਦਾ। ਇਹ ਭਾਰਤੀ ਅਰਥ ਵਿਵਸਥਾ ਵਿੱਚ 1991 'ਚ ਜਿਹੜਾ ਮੋੜ ਆਇਆ, ਜਿਹੜਾ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਦੀ ਜੋੜੀ ਨੇ IMF ਇੰਟਰਨੈਸ਼ਨਲ ਮੋਨੀਟਰੀ ਫੰਡ ਨਾਲ ਕਰਜ਼ਾ ਲੈਣ ਲਈ ਜਿਹੜੀਆਂ 16 ਸ਼ਰਤਾਂ ਮੰਨੀਆਂ, ਉਹਦੇ ਨਾਲ ਜਿਹੜਾ ਖੁੱਲ੍ਹੀ ਮੰਡੀ ਦਾ ਸਿਧਾਂਤ ਆਇਆ, ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਐਂਡ ਗਲੋਬਲਾਈਜੇਸ਼ਨ, ਤਾਂ ਇਹਨੂੰ ਉਹਦੇ ਚੌਕਟੇ 'ਚ ਰੱਖ ਕੇ ਦੇਖਣਾ ਚਾਹੀਦਾ। 91 ਤੋਂ ਹੀ ਇਹਦੇ ਜਨਮਦਾਤਾ ਜਿਹੜੇ ਨੇ ਮਨਮੋਹਨ ਸਿੰਘ ਰਾਓ ਜੋੜੀ, ਉਹਨਾਂ ਨੇ ਖੁੱਲ੍ਹੀ ਮੰਡੀ ਦਾ ਸਿਧਾਂਤ ਲਿਆਂਦਾ। ਤਾਂ ਇਹ ਦਰਅਸਲ ਜਿਹੜੀਆਂ ਵਿਦੇਸ਼ੀ ਬਹੁ ਰਾਸ਼ਟਰੀ ਕੰਪਨੀਆਂ ਉਹ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹ ਚਾਹੁੰਦੇ ਨੇ ਕਿ ਸਰਕਾਰੀ ਦਖਲਅੰਦਾਜ਼ੀ ਕਿਸੇ ਗੱਲ 'ਚ ਨਹੀਂ ਹੋਣੀ ਚਾਹੀਦੀ, ਅਤੇ ਮੰਡੀ ਹੋਣੀ ਚਾਹੀਦੀ ਹੈ ਅਤੇ ਖਰੀਦਦਾਰ ਹੋਣਾ ਚਾਹੀਦਾ, ਇਹਦੇ ਵਿੱਚ ਹੋਰ ਕੋਈ ਹੋਣਾ ਨਹੀਂ ਚਾਹੀਦਾ। ਤੋ ਇਸ ਤੋਂ ਬਾਅਦ 1 ਜਨਵਰੀ 1995 ਨੂੰ ਜਦੋਂ ਸੰਸਾਰ ਵਪਾਰ ਸੰਸਥਾ ਹੋਂਦ 'ਚ ਆਈ, ਅਤੇ ਇਸੇ ਜੋੜੀ ਨੇ ਉਹਦੇ 'ਚ ਮਤਲਬ ਉਹਦੇ ਮੈਂਬਰ ਬਣੇ, ਭਾਰਤ ਨੂੰ ਬਣਾਇਆ ਬਿਨਾਂ ਪਾਰਲੀਮੈਂਟ 'ਚ ਡਿਸਕਸ਼ਨ ਕਰਨ ਤੋਂ। ਅਤੇ ਅਸੀਂ ਜਥੇਬੰਦੀਆਂ ਵੱਲੋਂ, ਖਾਸ ਕਰਕੇ ਸਾਡੀ ਜਥੇਬੰਦੀ ਵੱਲੋਂ, ਇਹ ਦੇਸ਼ ਵਿੱਚ ਢੰਡੋਰਾ ਪਿੱਟਿਆ ਗਿਆ ਸੀ ਕਿ ਜੇ ਅਸੀਂ ਉੱਥੇ ਗਏ ਅਤੇ ਉੱਥੇ ਤਕੜੇ ਦਾ 37ਵੀਂ 100 ਹੈ, ਅਤੇ ਉਹੋ ਹੀ ਕਾਨੂੰਨ ਪਾਸ ਕਰਨਗੇ ਜਿਹੜੇ ਗਰੀਬ ਦੇਸ਼ਾਂ, ਪਛੜੇ ਦੇਸ਼ਾਂ ਦੇ ਉਲਟ ਜਾਣਗੇ ਅਤੇ ਉਹਨਾਂ ਨੂੰ ਜਿਹ 'ਚ ਫਾਇਦਾ ਹੋਊਗਾ। ਅਤੇ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਸੰਸਾਰ ਵਪਾਰ ਸੰਸਥਾ ਨੇ 2017 ਦੇ ਵਿੱਚ ਡਾਇਰੈਕਟਲੀ ਇਹ ਮੰਡੀ ਵਾਲੇ ਜਿਹੜਾ ਚੀਜ਼ ਇਹਨੂੰ ਲੈ ਕਿ ਦੁਨੀਆ ਦੀ ਕੋਈ ਸਰਕਾਰ ਜਿਹੜੀ ਆ ਉਹ ਨਾ ਕੋਈ ਕਿਸੇ ਚੀਜ਼ ਦਾ, ਅਨਾਜ ਦਾ ਭਾਅ ਬੰਨੂਗੀ, ਜਿਹਨੂੰ ਆਪਾਂ MSP ਕਹਿੰਦੇ ਹਾਂ, ਅਤੇ ਨਾ ਹੀ ਮੰਡੀ 'ਚੋਂ ਖਰੀਦੂਗੀ। ਤਾਂ ਇਸ ਕਰਕੇ ਚੀਜ਼ ਨੂੰ ਉਸ ਸੰਦਰਭ 'ਚ ਵੇਖਣਾ ਚਾਹੀਦਾ। ਅਸੀਂ ਉਦੋਂ ਤੋਂ ਇਹ ਕਹਿ ਰਹੇ ਸੀ ਕਿ ਜੋ ਕੁਛ ਸੰਸਾਰ ਵਪਾਰ ਸੰਸਥਾ ਨੇ ਪਾਸ ਕਰ ਦਿੱਤਾ ਉਹ ਸਾਰੇ ਦੇਸ਼ਾਂ ਨੇ ਮੰਨਣਾ। ਔਰ ਉਸ ਤੋਂ ਬਾਅਦ ਮੋਦੀ ਆ ਗਿਆ ਅਤੇ ਮੋਦੀ ਨੇ ਸ਼ਾਂਤਾ ਕੁਮਾਰ ਕਮੇਟੀ ਬਿਠਾ ਕੇ ਇਹਨੂੰ ਲਾਗੂ ਕਰਨ ਦਾ ਰਸਤਾ ਪੱਧਰਾ ਕੀਤਾ। ਅਤੇ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਦੇ ਵਿੱਚ ਜਿਹੜਾ ਸੀ ਕਿ ਹੁਣ FCI ਦੀ ਲੋੜ ਨਹੀਂ ਹੈਗੀ, ਉੱਤਰੀ ਰਾਜ ਜਿਹੜੇ ਆਪਣੀ ਅਨਾਜ ਖਰੀਦਣ ਦੇ ਆਪ ਸਮਰੱਥ ਹੈ। ਤਾਂ ਇਸ ਕਰਕੇ ਜਦੋਂ FCI ਨੂੰ ਪਿੱਛੇ ਕਰਨ ਦਾ ਜਾਂ ਅਨਾਜ ਨਹੀਂ ਖਰੀਦੂਗੀ, ਉੱਤਰੀ ਭਾਰਤ ਦੇ ਰਾਜਾਂ 'ਚੋਂ, ਪੰਜਾਬ ਹਰਿਆਣੇ 'ਚੋਂ ਨਹੀਂ ਖਰੀਦੂਗੀ, ਤਾਂ ਇਹ ਗੱਲ ਉਦੋਂ ਸਪਸ਼ਟ ਹੋ ਗਈ ਸੀ ਕਿ ਮੰਡੀ ਵਾਲੀ ਗੱਲ ਜਿਹੜੀ ਆ, ਸਰਕਾਰ ਦੀ ਦਖਲਅੰਦਾਜ਼ੀ ਵਾਲੀ ਗੱਲ ਜਿਹੜੀ ਆ, MSP ਵਾਲੀ ਗੱਲ ਜਿਹੜੀ ਆ, ਸਰਕਾਰ ਦੀ ਅਨਾਜ ਖਰੀਦਣ ਵਾਲੀ ਗੱਲ ਜਿਹੜੀ ਆ, ਉਹ ਲਗਭਗ ਖਤਮ ਹੈ। ਅਤੇ ਇਹ ਹੌਲੀ ਹੌਲੀ ਸਰਕਾਰ ਨੇ ਇਹਦੇ 'ਤੇ ਸਿੱਧੀ ਮੋਹਰ ਨਹੀਂ ਲਾਉਣੀ, ਹੱਥ ਹੌਲੀ ਹੌਲੀ ਕਰਕੇ ਪਿੱਛੇ ਖਿੱਚੂਗੀ। ਤਾਂ ਹੁਣ ਉਹ ਸਮਾਂ ਵੇਖ ਕੇ ਉਹਨਾਂ ਨੇ ਇਹ ਜਿਹੜਾ ਇਹ ਬਿੱਲ ਲੈ ਆਂਦਾ।
ਤਾਂ ਮੈਂ ਸਮਝਦਾ ਕਿ ਇਹਦੇ ਲਈ ਕੋਈ ਇੱਕ ਪਾਰਟੀ ਜ਼ਿੰਮੇਵਾਰ ਨਹੀਂ, ਅੱਜ ਸਾਰੀਆਂ ਪਾਰਟੀਆਂ ਜਿਹੜੀਆਂ ਉਦੋਂ ਪਾਰਲੀਮੈਂਟ ਪਰ ਦਤਾਰ ਜੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਅੱਜ ਹੀ ਜੇ ਗੱਲ ਕੀਤੀ ਜਾਵੇ, ਸ਼ਵੇਤ ਮਲਿਕ ਜਿਹੜੇ ਰਾਜ ਸਭਾ ਮੈਂਬਰ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਵੀ ਸਾਫ਼ ਤੌਰ ਤੇ ਇਹ ਕਿਹਾ ਕਿ ਜਿਹੜੇ ਖੇਤੀ ਸੋਧ ਬਿੱਲ ਲਿਆਂਦੇ ਗਏ ਨੇ ਉਹ ਕਿਸਾਨਾਂ ਵਾਸਤੇ ਵਧੀਆ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ MSP ਜਿਹੜੀ ਆ ਉਹ ਕਿਸੇ ਵੀ ਕੀਮਤ 'ਚ ਨਹੀਂ ਰੋਕੀ ਜਾਏਗੀ, MSP ਲੱਗੇਗੀ, FCI ਜਿਹੜੀ ਆ ਉਹ ਸਰਕਾਰੀ ਖਰੀਦ ਵੀ ਕਰੇਗੀ। ਪਰ ਖਦਸ਼ਾ ਫਿਰ ਕਿੱਥੇ ਹੈ, ਕਿਉਂ ਰੇੜਕਾ ਜਿਹੜਾ ਉਹ ਕਿੱਥੇ ਹੈ, ਜਦ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਬਾਰ-ਬਾਰ ਆਸ਼ਵਾਸਨ ਜਿਹੜਾ ਉਹ ਦੇ ਰਹੇ ਨੇ? ਦੇਖੋ ਗੱਲ ਇਹ ਆ ਕਿ ਇਮਾਨਦਾਰੀ ਤੋਂ ਕੰਮ ਲੈਣਾ ਚਾਹੀਦਾ। ਸਰਕਾਰ ਨੂੰ ਉਹਦੀ ਜਿਹੜੀ ਇੱਛਾ ਸ਼ਕਤੀ ਹੈ, ਜੋ ਕੁਝ ਕਰਨਾ ਚਾਹੁੰਦੀ ਉਹ ਸਪਸ਼ਟ ਤੌਰ ਤੇ ਰੱਖਣਾ ਚਾਹੀਦਾ, ਜੋ ਕੁਝ ਨਹੀਂ ਕਰਨਾ ਚਾਹੁੰਦੀ ਉਹ ਵੀ ਸਪਸ਼ਟ ਤੌਰ ਤੇ ਰੱਖਣਾ ਚਾਹੀਦਾ ਕਿ ਅਸੀਂ ਆਹ ਗੱਲ ਨਹੀਂ ਕਰਨੀ ਚਾਹੁੰਦੇ। ਜਦ ਸ਼ਾਂਤਾ ਕੁਮਾਰ ਕਮੇਟੀ ਇਹਨਾਂ ਨੇ ਬਿਠਾਈ, ਕਿਸੇ ਹੋਰ ਨੇ ਬਿਠਾਈ, ਮੋਦੀ ਸਰਕਾਰ ਦੇ ਵੇਲੇ ਬਿਠਾਈ ਗਈ, ਉਹ ਇਹਨਾਂ ਦਾ MP ਹੈ, ਇਸੇ ਪਾਰਟੀ ਦਾ ਬੰਦਾ ਹੈ, ਚੀਫ ਮਿਨਿਸਟਰ ਆ ਹਿਮਾਚਲ ਦਾ, ਤੇ ਜਦ ਉਹਨੇ ਰਿਪੋਰਟ ਦੇ ਦਿੱਤੀ, ਉਹਦੀ ਰਿਪੋਰਟ ਹੀ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਇੱਕ ਸਾਫ਼ ਤੌਰ ਦੇ ਉੱਤੇ ਸਪਸ਼ਟ ਕਰਦੀ ਹੈ ਕਿ ਸਰਕਾਰ ਨੇ ਹੁਣ ਮੰਡੀ 'ਚ ਨਹੀਂ ਆਉਣਾ। ਜਦ FCI ਨੇ ਮੰਡੀ 'ਚ ਨਹੀਂ ਆਉਣਾ ਤਾਂ ਛੋਟੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਜਿਹੜੀਆਂ ਖਰੀਦਣ ਵਾਲੀਆਂ ਹੈਗੀਆਂ ਸੰਸਥਾਵਾਂ ਉਹ ਕੀ ਕਰ ਸਕਦੀਆਂ? ਪਨ ਗ੍ਰੇਨ, ਮਾਰਕਫੈਡ, ਇਹਨਾਂ ਦਾ ਕੀ ਮਤਲਬ ਹੈ? ਇਹ ਸਾਰੀਆਂ ਤੇ ਗਾਂ ਉਹਨੂੰ ਦਿੰਦੀਆਂ। ਤੇ FCI ਦਾ ਜਦੋਂ ਬਾਹਰ ਹੋਣ ਦਾ ਮਤਲਬ ਸੀ ਕਿ ਅਸੀਂ ਹੁਣ ਅਨਾਜ ਨਹੀਂ ਖਰੀਦਣਾ। ਇਹ ਕੋਈ MP ਸਾਹਿਬ ਕਹਿ ਰਹੇ ਹੋਣ ਜਾਂ ਕੋਈ ਪ੍ਰੈਜ਼ੀਡੈਂਟ ਕਹਿ ਰਿਹਾ ਹੋਵੇ ਜਾਂ ਜੋ ਵੀ ਕਹਿ ਰਿਹਾ ਹੋਵੇ, ਮੈਂ ਸਮਝਦਾ ਇਹ ਧੋਖਾ ਕੀਤਾ ਜਾ ਰਿਹਾ। ਤਾਂ ਇਹ ਧੋਖਾ ਚੱਲ ਨਹੀਂ ਸਕਦਾ। ਇਹ ਇਸ ਵੇਲੇ ਦੂਜੀ ਗੱਲ ਇਹ ਹੈ ਕਿ ਉਹ ਸਾਡੇ ਨਾਲ ਖੁੱਲ੍ਹੀ ਗੱਲ ਕਰ ਲੈਣ। ਅਸੀਂ ਤਾਂ ਕਈ ਚਿਰ ਤੋਂ ਮੰਗ ਕਰਦੇ ਹਾਂ ਕਿ ਜੇ ਸਰਕਾਰ ਇਹ ਕਹਿੰਦੀ ਆ ਤਾਂ ਸਾਡੇ ਨਾਲ ਸਾਂਝੀ ਡਿਬੇਟ ਕਿਉਂ ਨਹੀਂ ਕਰ ਲੈਂਦੀ? ਕਿਸਾਨਾਂ ਨੇ ਧਰਨਾ ਲਾਇਆ, ਬਾਦਲ ਸਭ ਤੋਂ ਵੱਧ ਵਕਾਲਤ ਕਰਦੇ ਇਹ ਗੱਲ ਦੀ ਕਿ MSP ਵੀ ਰਹੂਗੀ, ਸਰਕਾਰੀ ਮੰਡੀ ਵੀ ਰਹੂਗੀ, ਕੁਛ ਨਹੀਂ ਹੋਣਾ। ਤੇ ਫਿਰ ਜਦ ਉਹਨਾਂ ਦੇ ਬੂਹੇ ਅੱਗੇ ਧਰਨਾ ਲੱਗਾ ਤੇ ਉਹ ਆਣ ਕੇ ਬਾਹਰ ਕਿਉਂ ਨਹੀਂ ਉਹਨਾਂ ਦੱਸਿਆ ਵੀ ਆਹ ਲਓ ਸਾਡੇ ਕੋਲ ਆਹ ਕੁਝ ਹੈਗਾ ਤੇ ਤੁਸੀਂ ਤਾਂ ਐਵੇਂ ਗੁੰਮਰਾਹ ਕਰ ਰਹੇ ਜੇ? ਜੇ ਦਤਾਰ ਜੀ, ਆਖਰਕਾਰ ਜਿਹੜੀ ਇੱਕ ਖਦਸ਼ਾ ਕਿਸਾਨਾਂ ਵੱਲੋਂ ਇਹ ਵੀ ਜਤਾਇਆ ਜਾ ਰਿਹਾ ਕਿ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਕਿਸਾਨਾਂ ਦੀ, ਜਿਹੜੇ ਜੱਟਾਂ ਦੀ ਜਿਹੜੀ ਜ਼ਮੀਨ ਹੈ, ਜ਼ਿਮੀਂਦਾਰਾਂ ਦੀ, ਉਹਦੇ ਉੱਤੇ ਵੀ ਕਾਬਜ਼ ਹੋ ਕੇ 21,000 ਦੇ ਜਿਹੜੇ ਫਾਰਮ ਹੈ ਉਹ 21,000 ਏਕੜ ਦੇ ਫਾਰਮ ਜਿਹੜੇ ਉਹ ਬਣਾਉਣਾ ਚਾਹ ਰਹੇ ਨੇ। ਪਰ ਸਰਕਾਰ ਕਹਿ ਰਹੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜਿਹੜਾ ਕਿਸਾਨ ਦਾ ਜ਼ਮੀਨ ਦੀ ਮਾਲਿਕਾਨਾ ਹੱਕ ਹੈ ਉਹ ਕਿਸਾਨ ਦਾ ਹੀ ਰਹੇਗਾ। ਤੇ ਖਦਸ਼ਾ ਕਿਸ ਕਾਰਨ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਕਿਸਾਨਾਂ ਵੱਲੋਂ? ਦੇਖੋ, ਦੇਸ਼ ਵਿੱਚ ਰਾਜਨ ਦੀ ਜਿਹੜੀ ਅਜੀਬ ਸਥਿਤੀ ਬਣੀ ਹੋਈ ਹੈ ਉਹ ਇਹ ਹੈ ਕਿ ਜੋ ਕੁਝ ਕਿਸਾਨਾਂ ਦੇ ਖਿਲਾਫ ਪਾਸ ਹੋ ਰਿਹਾ ਜਾਂ ਪਹਿਲਾਂ ਪਾਸ ਹੋਇਆ ਜੀ, ਉਹ ਇਹਨਾਂ ਸਾਰੀਆਂ ਪਾਰਟੀਆਂ ਨੇ ਰਲ ਕੇ ਪਾਸ ਕੀਤਾ ਹੋਇਆ ਜੀ। ਜੇ ਇਹ ਪੁੱਛੋ ਤਾਂ ਇਹਨਾਂ ਸਾਰੀਆਂ ਪਾਰਟੀਆਂ ਦੀ ਆਰਥਿਕ ਤੇ ਰਾਜਨੀਤਿਕ ਦ੍ਰਿਸ਼ਟੀਕੋਣ 'ਚ ਕੋਈ ਅੰਤਰ ਨਹੀਂ ਹੈਗਾ, ਨਾ ਪ੍ਰਬੰਧਕੀ ਢੰਗ ਦੇ ਵਿੱਚ ਕੋਈ ਫਰਕ ਹੈਗਾ। ਇਹ ਤਾਂ ਸਿਰਫ ਨਾਵਾਂ ਤੇ ਰੰਗਾਂ ਦਾ ਹੀ ਫਰਕ ਹੈ। ਅਦਰਵਾਈਜ਼ ਤੁਸੀਂ ਇਹ ਦੱਸੋ ਕਿ ਇਹੀ ਕਾਂਗਰਸ ਜਿਹੜੀ ਅੱਜ ਰੌਲਾ ਪਾ ਰਹੀ ਹੈ, ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੋਇਆ ਜਦ ਜਾਰਜ ਬੁਸ਼ ਭਾਰਤ ਦੇ ਦੌਰੇ ਤੇ ਆਉਂਦਾ ਤਾਂ ਉਹ ਪ੍ਰੈਸ ਕਾਨਫਰੰਸ ਕਰਦਾ, ਉਹ ਕਹਿੰਦਾ ਜੀ ਜਿਹੜੀ ਭਾਰਤੀ ਖੇਤੀ ਆ ਇਹਦੇ ਰਾਹ 'ਚ ਛੋਟਾ ਕਿਸਾਨ ਬੜਾ ਵੱਡਾ ਰੋੜਾ, ਜਦ ਤੱਕ ਇਹਨੂੰ ਪਾਸੇ ਨਹੀਂ ਕੀਤਾ ਜਾਂਦਾ ਤਰੱਕੀ ਨਹੀਂ ਹੋ ਸਕਦੀ। ਤੇ ਇਹ ਕੀ ਇੰਡੀਕੇਟ ਕਰਦਾ, ਕੀ ਮੈਨਾ ਇਹਦਾ ਕਿ ਨਿੱਕੇ ਕਿਸਾਨ 86% ਬਾਹਰ ਕਰਤੇ ਜਾਣ? ਮਤਲਬ ਕਿ ਵੱਡੀ ਫਾਰਮਿੰਗ ਜਿਹੜੀ ਆ ਉਹ ਕੀਤੀ ਜਾਵੇ। ਤੇ ਉਹੀ ਫਾਰਮਿੰਗ ਜਿਹੜੀ ਆ ਹੁਣ ਜੇ ਮੋਦੀ ਵੇਲੇ ਆਈ ਹੈ। ਤੇ ਦੂਜੀ ਗੱਲ ਹੈ ਕਿ ਜਿਹੜਾ ਠੇਕਾ ਆਧਾਰਿਤ ਖੇਤੀ ਦਾ ਹੁਣ ਰੌਲਾ ਪੈ ਰਿਹਾ, ਇਹ ਬਿੱਲ ਮਨਮੋਹਨ ਸਿੰਘ ਲੈ ਕੇ ਆਇਆ ਪਾਰਲੀਮੈਂਟ। ਜਿਸ ਵੇਲੇ ਜਾਰਜ ਬੁਸ਼ ਇੱਥੇ ਆਇਆ ਤੇ ਜਾਰਜ ਬੁਸ਼ ਦੇ ਜਾਣ ਤੋਂ ਬਾਅਦ ਉਸੇ ਵੇਲੇ ਉਹ ਹਾਰ ਗਿਆ, ਬਿੱਲ ਪਾਸ ਨਹੀਂ ਹੋਇਆ, ਮੋਦੀ ਨੇ ਪਾਸ ਕਰ ਦਿੱਤਾ। ਤਾਂ ਅਸਲੀ ਗੱਲ ਇਹ ਆ ਕਿ ਲੋਕਾਂ ਨੂੰ ਇਹਨਾਂ ਪਾਰਟੀਆਂ 'ਚੋਂ ਕੋਈ ਵੀ ਨਹੀਂ ਸੱਚ ਦੱਸ ਰਿਹਾ। ਇਹਨਾਂ ਦੀ ਮੁਸ਼ਕਲ ਇਹ ਬਣੀ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਵਿਸ਼ਵਾਸ ਜਿੱਤਿਆ ਕਿਸਾਨਾਂ ਦਾ। ਕਿਸਾਨ ਸਮਝਦੇ ਆ ਕਿ ਜੇ ਕੋਈ ਸੱਚੀ ਗੱਲ ਕਰਦਾ ਤਾਂ ਉਹ ਕਿਸਾਨ ਜਥੇਬੰਦੀਆਂ, ਤਾਂ ਜਦੋਂ ਸਾਡੇ ਆਖੇ ਸੜਕਾਂ 'ਤੇ ਆਏ ਆ, ਰੇਲਾਂ 'ਤੇ ਆਏ ਆ, ਤਾਂ ਇਹ ਕਿਸੇ ਖੇਤੀਬਾੜੀ ਨੂੰ ਬਚਾਉਣ ਲਈ ਜਾਂ ਕਿਸਾਨਾਂ ਨੂੰ ਬਚਾਉਣ ਲਈ ਨਹੀਂ ਕਰ ਰਹੇ। ਇਹ ਤਾਂ 2008 ਦੀਆਂ ਚੋਣਾਂ ਆ ਜਿੰਨਾ ਕਰਕੇ ਇਹਨਾਂ ਨੂੰ ਸਾਡੇ ਨਾਲ ਆਉਣਾ ਪੈ ਰਿਹਾ। 2022 ਤਾਂ 2022 ਦੀਆਂ ਚੋਣਾਂ ਦਾ ਸਾਰਾ ਡਰਾਮਾ। ਅਦਰਵਾਈਜ਼ ਤੁਸੀਂ ਦੇਖੋ ਕਿ ਜਦੋਂ ਸੰਸਾਰ ਵਪਾਰ ਸੰਸਥਾ 'ਚ ਪਾਸ ਹੋਇਆ ਉਦੋਂ ਇਹ ਸਾਰੇ ਕਿੱਥੇ ਸੀ? ਜਦੋਂ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਪਾਰਲੀਮੈਂਟ 'ਚ ਆਈ ਉਦੋਂ ਇਹ ਸਾਰੇ ਕਿੱਥੇ ਸੀ? ਤੇ ਹੁਣ ਵੀ ਜੋ ਹੋਇਆ, ਹੁਣ ਤੁਸੀਂ ਦੱਸੋ ਕਿ ਜੇ ਕੀ ਤੁਸੀਂ MP ਸਾਹਿਬ ਦਾ ਨਾਂ ਲਿਆ, ਸ਼ਵੇਤ ਮਲਿਕ ਹੋਣਾ ਦਾ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ
ਕਿ ਇਹ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਰਕਾਰੀ ਖਰੀਦ ਰਹੇਗੀ, ਜੀ ਅਜੇ ਤਾਂ ਇਹ ਬਿੱਲ ਹੁਣ ਐਕਟ ਬਣੇ ਲਾਗੂ ਹੋਣੇ ਆ। ਇਹਨੂੰ ਪਹਿਲਾਂ ਸਰਕਾਰੀ ਖਰੀਦ ਸੀ ਨਾ, ਜੀ 26 ਵਸਤਾਂ ਦੀ ਖਰੀਦ ਸਰਕਾਰ ਕਹਿੰਦੀ ਅਸੀਂ ਕਰਾਂਗੇ, MSP 26 ਚੀਜ਼ਾਂ ਲਈ ਸੀ। ਕਿਹੜੀ ਚੀਜ਼ ਖਰੀਦਦੇ ਆ ਜੀ ਮਾਰਕੀਟ 'ਚੋਂ, ਤੁਸੀਂ ਮੰਡੀ 'ਚੋਂ ਕਣਕ ਝੋਨੇ ਦਾ ਬਿਨਾਂ ਤੁਸੀਂ ਕੋਈ ਖਰੀਦ ਨਹੀਂ ਰਹੇ। ਜੀ ਅੱਜ ਕਿਸਾਨ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ 1850 ਰੁਪਈਆ MSP ਤੈਅ ਕੀਤੀ ਹੋਈ ਆ ਮਕਈ ਦੀ, ਤੇ ਪਿਛਲੇ 4 ਸਾਲ ਤੋਂ ਇੱਕ ਬੋਰੀ ਨਹੀਂ ਤੁਸੀਂ ਚੁੱਕੀ। ਕਿਸਾਨ 600 ਰੁਪਈਏ ਦੀ ਵੇਚ ਰਿਹਾ, ਤੁਹਾਡੀ MSP ਨੂੰ ਅਸੀਂ ਕੀ ਕਰੀਏ? ਜੇ ਤੁਸੀਂ ਮੰਡੀ 'ਚੋਂ ਕੁਝ ਚੁੱਕਣਾ ਹੀ ਨਹੀਂ ਤੇ ਤੁਹਾਡੀ MSP ਕੀ ਕਰੇ? ਹੁਣ ਝੋਨਾ ਹੈ, ਤੁਸੀਂ ਕਹਤਾ ਚੁੱਕੋ ਜੀ ਸਰਕਾਰੀ ਰੇਟ ਤੋਂ ਚੁੱਕੋ ਜੀ। ਜੀ ਜਿੰਨੀਆਂ ਬਾਸਮਤੀ ਦੀਆਂ ਕਿਸਮਾਂ ਉਹਨਾਂ 'ਚੋਂ ਤੁਸੀਂ MSP ਕਿਸੇ ਦੀ ਬਣਾਈ ਨਹੀਂ ਹੋਈ। ਤੁਸੀਂ ਜਿਹੜੀ ਮੋਟੇ ਝੋਨੇ ਦੀ MSP ਰੱਖੀ ਉਹ ਹੁਣ ਕੋਈ ਬੀਜਦਾ ਨਹੀਂ। ਜਿਹੜਾ 1509 ਜਿਹੜੀ ਬਾਸਮਤੀ ਦੀ ਕਿਸਮ ਆ, ਤੁਸੀਂ ਪਿਛਲੀ ਵਾਰੀ ਵਪਾਰੀਆਂ ਨੇ 2700 ਨੂੰ ਚੁੱਕੀ ਤੇ ਹੁਣ ਤੁਸੀਂ ਚੁੱਕ ਰਹੇ ਇਸ ਵੇਲੇ 1800 ਨੂੰ। ਇਹ ਜਿਹੜਾ 800 ਰੁਪਏ ਦਾ 900 ਰੁਪਏ ਕੁਇੰਟਲ ਦਾ ਘਾਟਾ ਹੈ, ਇਹ ਤੁਹਾਡੀ MSP ਦੇ ਹੁੰਦਿਆਂ ਹੋਇਆਂ, ਤੁਹਾਡੀ ਸਰਕਾਰੀ ਮੰਡੀ ਦੇ ਹੁੰਦਿਆਂ ਹੋਇਆਂ ਪੈ ਰਿਹਾ। ਬਿੱਲ ਤੇ ਜੇ ਲਾਗੂ ਹੋਣੇ ਆ, ਕਾਨੂੰਨ ਤੇ ਜੇ ਲਾਗੂ ਹੋਣਾ। ਦੂਜੀ ਗੱਲ, ਅਸੀਂ ਇਹ ਪੁੱਛ ਰਹੇ ਹਾਂ ਇਹਨਾਂ ਨੂੰ ਕਿ ਜੇ ਤੁਸੀਂ ਸਰਕਾਰੀ ਮੰਡੀ ਰੱਖਣੀ ਸੀ ਤੇ ਪ੍ਰਾਈਵੇਟ ਮੰਡੀ ਖੋਲਣ ਦਾ ਮਤਲਬ ਕੀ ਹੈ, ਇਹ ਸਮਝਾਓ। ਤੁਸੀਂ ਕਹਿੰਦੇ ਜੀ ਕਿਸਾਨ ਜਿਹੜਾ ਉਹ ਜਿੱਥੇ ਮਰਜ਼ੀ ਜਾ ਕੇ, ਇਹ ਸਾਨੂੰ ਇਹ ਜਿੱਥੇ ਮਰਜ਼ੀ ਸ਼ਬਦ ਦੀ ਡੈਫੀਨੇਸ਼ਨ ਸਮਝਾਓ। ਜਿੱਥੇ ਮਰਜ਼ੀ ਦਾ ਕੀ ਮਤਲਬ? ਉਹ ਦੂਰ ਜਾ ਕੇ ਵੇਚੇ, ਦੂਰ ਦੱਸੋ ਕਿੱਥੇ ਵੇਚੇ? ਦੂਜੇ ਸੂਬੇ ਦੇ ਵਿੱਚ ਦੱਸੋ, ਉੱਥੇ ਦੂਸਰੇ ਸੂਬੇ ਵਿੱਚ ਕਿੰਨਾ ਰੇਟ ਹੋਊ, ਉਹਨੂੰ ਕੀ ਪ੍ਰੋਫਿਟ ਹੋਊ? ਕਿਸੇ ਚੀਜ਼ ਨੂੰ ਵੇਗ ਸ਼ਬਦਾਂ ਦੇ ਵਿੱਚ ਕਹਿ ਕੇ ਕਹਿਣਾ ਇੱਥੋਂ ਫਾਇਦਾ ਹੋਊਗਾ, ਉਹਨੂੰ ਡਿਫਾਈਨ ਕਰੋ ਚੰਗੀ ਤਰ੍ਹਾਂ, ਸਟੈਟਿਸਟਿਕਲੀ ਦੱਸੋ ਕਿ ਇੱਥੋਂ ਬੋਰੀ ਚੁੱਕ ਕੇ ਫਲਾਣੇ ਥਾਂ ਖੜੋਗੇ ਤੇ ਉੱਥੇ ਤੁਹਾਨੂੰ ਇੰਨਾ ਫਾਇਦਾ ਹੋਊਗਾ। ਉਹ ਤਾਂ ਤੁਸੀਂ ਦੱਸ ਨਹੀਂ ਰਹੇ। ਦੂਜੀ ਲੇਕਿਨ ਦੂਸਰੀ ਜਗ੍ਹਾ ਲੈ ਕੇ ਜਾਓਗੇ ਤਾਂ ਉਹਦਾ ਭਾੜਾ ਵੀ ਲੱਗਣਾ, ਡੀਜ਼ਲ ਕੁਛ ਲੱਗੇਗਾ। ਦੇਖੋ, ਮੀਨਸ ਆਫ ਟਰਾਂਸਪੋਰਟ ਉਹਦੇ ਕੋਲ ਕਿੱਥੇ ਹੈ? ਜਦ ਤੁਸੀਂ ਖੁਦ ਇਹ ਐਲਾਨ ਕੀਤਾ ਕਿ ਹਿੰਦੁਸਤਾਨ ਦੇ ਵਿੱਚ 5 ਏਕੜ ਤੋਂ ਘੱਟ ਜਿਹੜਾ ਛੋਟਾ ਕਿਸਾਨ ਹੈ ਉਹ 86% ਹੈ। ਜਿਹੜਾ 5 ਏਕੜ ਤੋਂ ਘੱਟ ਵਾਲਾ ਉਹਦੇ ਕੋਲ ਤੇ ਆਪਣੀ ਟਰਾਲੀ ਵੀ ਹੈ ਨਹੀਂ, ਉਹ ਕਾਹਤੇ ਲੱਦੂਗਾ, ਕਿੱਥੇ ਲੈ ਕੇ ਜਾਊਗਾ, ਕਿਹੜੀ ਮੰਡੀ ਹੈ? ਸਮਝਾਓ ਤਾਂ ਸਹੀ। ਛੋਟੇ ਕਿਸਾਨ ਨੇ, ਦਰਮਿਆਨੇ ਕਿਸਾਨ ਨੇ, ਮੈਂ ਕਹਿੰਦਾ ਵੱਡੇ ਕਿਸਾਨ ਨੇ ਵੀ ਨੀਅਰੈਸਟ ਮੰਡੀ 'ਚ ਵੇਚਣਾ ਜਿੱਥੇ ਉਹਨੂੰ ਚੰਗਾ ਭਾਅ ਮਿਲਦਾ ਹੈ। ਤੇ ਛੋਟੇ ਕਿਸਾਨ ਵਾਸਤੇ ਤੇ ਟਰਾਂਸਪੋਰਟ ਦੀ ਸਮੱਸਿਆ ਆ, ਕਿੱਥੇ ਲੈ ਕੇ ਜਾਵੇ? ਉਹ ਰੱਖ ਵੀ ਨਹੀਂ ਸਕਦਾ, ਵੇਚਣਾ ਵੀ ਉਸੇ ਵੇਲੇ ਉਹਨੇ। ਤਾਂ ਇਹ ਸਾਰੀਆਂ ਗੱਲਾਂ ਪੋਚਾ ਪਾਉਣ ਲਈ ਹੈ, ਜਿਹੜਾ ਪੈ ਨਹੀਂ ਸਕਦਾ। ਇੱਕ ਦਤਾਰ ਜੀ ਉਹ ਇਹ ਵੀ ਕਹਿੰਦੇ ਨੇ ਕਿ ਜੇ ਕਾਰਪੋਰੇਟ ਕਿਸੇ ਵੀ ਬੰਦੇ ਨੂੰ ਜਿਹਦੇ ਨਾਲ ਉਹ ਵੇਚ ਫਸਲ ਦਾ ਜਿਹੜਾ ਕੰਟਰੈਕਟ ਕਰਦੇ ਨੇ, ਚਾਹੇ ਬੀਜਣ ਤੋਂ ਪਹਿਲੇ ਕੰਟਰੈਕਟ ਕਰ ਲੈਂਦੇ, ਜੇ ਉਹਦੇ ਨਾਲ ਕੋਈ ਰੇੜਕਾ ਪੈਂਦਾ ਤਾਂ SDM ਕੋਲ ਜਾ ਕੇ ਆਪਣੀ ਜਿਹੜੀ ਸ਼ਿਕਾਇਤ ਕਰ ਸਕਦਾ। SDM ਜੇ ਨਹੀਂ ਕਰਦਾ ਤੇ DC ਤੱਕ ਕਰ ਸਕਦਾ। ਤੇ ਲੱਗਦਾ ਨਹੀਂ ਕਿ ਇਹਦੇ ਨਾਲ ਜੇ ਸ਼ਿਕਾਇਤ ਦਾ ਨਿਪਟਾਰਾ ਜਲਦੀ ਹੋ ਜਾਏ ਤੇ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੀ ਹੋਏਗਾ। ਨਹੀਂ, ਦੇਖੋ, ਮੈਂ ਤੁਹਾਨੂੰ ਕਿਹਾ ਨਾ ਕਿ ਬਰੌਡ ਚੌਕ 'ਤੇ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਠੇਕਾ ਆਧਾਰਿਤ ਖੇਤੀ ਨੂੰ ਵਰਲਡ ਵਾਈਡ ਜਿਹੜਾ ਇਕਨੋਮਿਕ ਕ੍ਰਾਈਸਿਸ ਆ ਉਹਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਕਿ ਇਸ ਵੇਲੇ ਸਾਰੀ ਦੁਨੀਆ ਮੰਨ ਰਹੀ ਆ, ਅਮਰੀਕਾ ਸਮੇਤ ਸਾਰੀ ਦੁਨੀਆ ਮੰਨ ਰਹੀ ਹੈ ਕਿ ਇਸ ਵੇਲੇ ਸੰਸਾਰ ਆਰਥਿਕਤਾ ਜਿਹੜੀ ਆ ਇਕਨੋਮਿਕ ਕ੍ਰਾਈਸਿਸ 'ਚੋਂ ਲੰਘ ਰਹੀ ਹੈ। ਤੇ ਜਿਹੜੀ ਜਮਾਤ ਜਿਹੜੀ ਆ ਸਰਮਾਏਦਾਰ ਜਮਾਤ ਉਹ 'ਚੋਂ ਲੰਘ ਰਹੀ ਹੈ, ਉਹ ਕਾਰਖਾਨੇਦਾਰ ਜਮਾਤ ਹੈ। ਜੇ ਉਹਦਾ ਮਾਲ ਨਹੀਂ ਵਿਕ ਰਿਹਾ ਤਾਂ ਉਹ ਕਾਰਖਾਨੇ ਤੋਂ ਐਗਰੀਕਲਚਰ ਵੱਲ ਸ਼ਿਫਟ ਕਰਨਾ ਚਾਹੁੰਦੀ। ਬੇਸਿਕ ਪੁਆਇੰਟ ਇਹ ਹੈ, ਜੇ ਉਹ ਐਗਰੀਕਲਚਰ ਵੱਲ ਸ਼ਿਫਟ ਕਰਨਾ ਚਾਹੁੰਦੀ ਹੈ ਤੇ ਉਹਨੂੰ ਜ਼ਮੀਨਾਂ ਦੀ ਲੋੜ ਹੈ। ਤੇ ਜ਼ਮੀਨਾਂ ਜਿਹੜੀਆਂ ਗਰੀਬ ਦੇਸ਼ਾਂ ਦੀਆਂ ਨੇ ਉਹਨਾਂ 'ਤੇ ਕਬਜ਼ਾ ਕਰਨ ਦਾ ਉਹਨਾਂ ਦਾ ਜਿਹੜਾ ਹੈਗਾ ਸਾਰਾ ਨਿਸ਼ਾਨਾ ਹੈ। ਉਹਦੇ ਲਈ ਉਹ ਇਹਨਾਂ ਸਰਕਾਰਾਂ ਦੇ ਦਬਾਅ ਪਾ ਰਹੀਆਂ ਨੇ ਕਿ ਤੁਸੀਂ ਠੇਕਾ ਆਧਾਰਿਤ ਖੇਤੀ ਜਿਹੜੀ ਆ ਸ਼ੁਰੂ ਕਰੋ, ਕੰਟਰੈਕਟ ਕਰਾਂਗੇ ਅਸੀਂ ਵੀ ਕਰਾਂਗੇ, ਵਿੱਚੇ ਇੱਥੋਂ ਦੇ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਵੀ ਕਰ ਲੈਣ, ਤਾਂ ਰਲ ਕੇ ਅਸੀਂ ਅਸਲ ਦੇ ਵਿੱਚ ਇਹ ਧੱਕੇ ਨਾਲ ਜ਼ਮੀਨਾਂ ਦੇ ਕਬਜ਼ਾ ਕਰਾਉਣ ਦਾ ਹੱਲਾ, ਜਿਹਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ। ਢੱਕੋ ਇਹ ਕਾਹਦੇ ਨਾਲ? ਜੇ ਤੁਹਾਡੀ ਸੁਹਿਰਦਤਾ ਸੀ ਤਾਂ ਤੁਹਾਡੇ ਆਰਡੀਨੈਂਸ ਤੱਕ, ਤੁਹਾਡੇ ਬਿੱਲ ਪਾਸ ਕਰਨ ਤੱਕ ਭਾਰਤ ਵਿੱਚ ਕੰਟਰੈਕਟ ਦਾ ਇਹੀ ਫਾਰਮੂਲਾ ਸੀ ਕਿ ਦੋ ਧਿਰਾਂ ਦੇ ਵਿੱਚ ਇੱਕ ਸਮਝੌਤਾ ਹੋ ਰਿਹਾ, ਉਹਦੀਆਂ ਸ਼ਰਤਾਂ ਹੈ। ਜੇ ਇੱਕ ਧਿਰ ਸ਼ਰਤ ਤੋੜਦੀ ਆ ਤਾਂ ਦੂਜੀ ਧਿਰ ਜਿਹੜੀ ਆ ਉਹ ਅਦਾਲਤ 'ਚ ਜਾ ਸਕਦੀ ਹੈ। ਜੇ ਤੁਸੀਂ ਕਿਸਾਨਾਂ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਨਹੀਂ ਕਰਨਾ ਤਾਂ ਤੁਸੀਂ ਅਦਾਲਤ ਵਾਲੀ ਸ਼ਰਤ ਵਾਪਸ ਕਿਉਂ ਲਈ ਹੈ? ਹੁਣ ਕਿਸਾਨ ਜਿਹੜਾ ਉਹ ਅਦਾਲਤ 'ਚ ਜਾ ਹੀ ਨਹੀਂ ਸਕਦਾ, ਤੁਸੀਂ ਇਸੇ SDM ਕੋਲ ਜਾ ਸਕਦੇ ਆ। ਦੇਖੋ, ਇੱਕ SDM ਜਿਹੜਾ ਹੈ ਉਹ ਅੰਬਾਨੀ, ਜਿਹਦੇ ਪੈਰਾਂ ਨੂੰ ਹੱਥ ਮੋਦੀ ਲਾਉਂਦਾ ਹੈ,
ਜਿਹਦੇ ਪੈਰਾਂ ਨੂੰ ਹੱਥ ਸਾਰੇ ਦੇਸ਼ ਦੇ ਮੰਤਰੀ ਲਾਉਂਦੇ ਆ, ਸਾਰੀ ਅਫਸਰਸ਼ਾਹੀ ਲਾਉਂਦੀ ਆ। ਐਸਡੀਐਮ ਵਿਚਾਰਾ ਕੀ ਚੀਜ਼ ਹੈ ਜਿਹੜਾ ਉਹ ਇੰਨੀਆਂ ਵੱਡੀਆਂ ਕੰਪਨੀਆਂ ਦੇ ਖਿਲਾਫ ਕੋਈ ਬੋਲੂਗਾ ਤੇ ਕੋਈ ਫੈਸਲਾ ਦੇਊਗਾ। ਤਾਂ ਸਪਸ਼ਟ ਹੈ ਕਿ ਵਨ ਸਾਈਡਡ ਕਰਤਾ ਕਿ ਕੰਪਨੀ ਜਦੋਂ ਮਰਜ਼ੀ ਠੇਕਾ ਦੇਵੇ ਨਾ ਦੇਵੇ, ਜ਼ਮੀਨ ਛੱਡੇ ਨਾ ਛੱਡੇ, ਕਿਸਾਨ ਕੋਲੋਂ ਕਿਤੇ ਵੀ ਅਪੀਲ ਦਲੀਲ ਦਾ ਸਾਰਾ ਕੁਝ ਖੋਹ ਲਿਆ। ਪਰ ਜੇ ਇਹਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹੈ ਉਹ ਜ਼ਿਆਦਾ ਜਿਹੜੀ ਜੁੜੀ ਹੋਈ ਕਿਸਾਨੀ ਦੇ ਨਾਲ, ਆੜਤੀਏ ਦਾ ਰਿਸ਼ਤਾ ਕਿਸਾਨ ਦੇ ਨਾਲ ਮੰਨਿਆ ਜਾ ਸਕਦਾ ਹੈ ਕਿ APMC ਜਦੋਂ ਦਾ ਲਾਗੂ ਹੋਇਆ ਉਸ ਤੋਂ ਬਾਅਦ 9 ਮਾਸ ਦਾ ਰਿਸ਼ਤਾ ਵੀ ਰਿਹਾ। ਪਰ ਜੇਕਰ ਐਕਟ ਲਾਗੂ ਹੋ ਜਾਂਦਾ, ਬਿੱਲ ਲਾਗੂ ਹੋ ਜਾਂਦਾ, ਤੇ ਆੜਤੀਆ ਵੀ ਜਿਹੜਾ ਉਹ ਤੇ ਨੁਕਸਾਨਿਆ ਜਾਵੇਗਾ। ਕਿਸਾਨ ਨੂੰ ਵੀ ਇਹਦੇ ਨਾਲ ਕੋਈ ਮਾਰ ਪਏਗੀ, ਕਿਉਂਕਿ ਪਹਿਲੋਂ ਜਿਹੜੀ ਲੋੜ ਪੈਂਦੀ ਸੀ ਕਿਸਾਨ ਨੂੰ ਆੜਤੀਏ ਕੋਲੋਂ ਪੈਸੇ ਲੈਣ ਦਾ ਹੀ, ਤੇ ਜੇ ਕਾਰਪੋਰੇਟ ਘਰਾਣਿਆਂ ਨਾਲ ਉਹਨੂੰ ਕੰਟਰੈਕਟ ਕਰਨਾ ਪੈਂਦਾ, ਠੇਕਾ ਕਰਨਾ ਪੈਂਦਾ, ਤੇ ਉਹਦੇ ਤੋਂ ਉਹਨਾਂ ਕੋਲੋਂ ਕੋਈ ਸੋਸ਼ਲ ਦੀ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਤੁਹਾਡੀ ਸੋਸ਼ਲ ਡਿਮਾਂਡ ਜਿਹੜੀ ਉਹਨੂੰ ਪੂਰਾ ਕਰੇ। ਦੇਖੋ, ਆੜਤੀਏ ਸਾਡੇ ਹੱਥਾਂ 'ਚ ਬਣੇ ਤੇ ਪਲੇ, ਤੇ ਮੰਡੀ ਜਿਹੜੀ ਆ ਉਹ ਨਵੇਂ ਬੀਜਾਂ ਵੇਲੇ ਵਿਕਸਿਤ ਹੋਈ। ਪਹਿਲਾਂ ਦੇ ਅਸੀਂ ਵੀ, ਮੇਰਾ ਪਿੰਡ ਇੱਥੋਂ 25 ਕਿਲੋਮੀਟਰ, ਅਸੀਂ ਵੀ ਇੱਥੇ ਲਿਆਉਂਦੇ ਹੁੰਦੇ ਸੀ ਰੇੜਿਆਂ ਰੂੜਿਆਂ ਦੇ ਉੱਤੇ ਸਮਾਨ, ਤੇ ਫਿਰ ਟਰਾਲੀਆਂ ਆਈਆਂ। ਤੇ ਉਹ ਤਾਂ ਕਿਸਾਨ ਦੇ ਤਾਂ ਸਾਰੇ ਇਹਨੂੰ ਲੁੱਟਣ ਵਾਲੇ ਆ। ਆੜਤੀਏ ਨੇ ਕਿਹੜਾ ਘੱਟ ਲੁੱਟਿਆ। ਆੜਤੀਆ, ਅਸੀਂ ਮੰਡੀਆਂ 'ਚ ਛਾਪਾ ਮਾਰਦੇ ਹਾਂ, ਆੜਤੀਆਂ ਦੀਆਂ ਬੋਰੀਆਂ ਵੱਧ ਫੜੀਆਂ ਜਾਂਦੀਆਂ। ਆੜਤੀਆ ਜਿਹੜਾ ਉਹ ਕਿਸਾਨ ਦਾ ਮਾਲ ਵੀ ਨੇਰੇ ਸਵੇਰੇ ਇੱਧਰ ਉੱਧਰ ਕਰਦਾ ਰਿਹਾ। ਆੜਤੀਆ ਉਹਨੂੰ ਵਿਆਜ ਵੀ ਲਾਉਂਦਾ ਉਹਦੇ ਕੋਲੋਂ। ਤਾਂ ਇੱਦਾਂ ਆੜਤੀ ਤੇ ਜਿਹੜੇ ਉਹ ਬਹੁਤ ਕਾਫੀ ਉਹਨਾਂ ਨੇ ਖੱਟਿਆ, ਤੇ ਕਿਸਾਨ ਉਹਦੇ ਕੋਲੋਂ ਵੀ ਲੁੱਟਿਆ ਜਾਂਦਾ ਸੀ। ਪਰ ਇੱਕ ਫਾਇਦਾ ਸੀ ਕਿਸਾਨ ਨੂੰ ਕਿ ਉਹ ਇਮੀਡੀਏਟ ਉਹਦੀ ਲੋੜ ਪੂਰੀ ਕਰਦਾ ਸੀ, ਵਿਆਹ ਸ਼ਾਦੀ, ਜੰਮਣ ਮਰਨ, ਹੋਰ ਕੋਈ ਉਹਦੇ ਬਿਮਾਰੀ ਸ਼ਮਾਰੀ, ਤਾਂ ਉਹ ਇਮੀਡੀਏਟ ਜਿਹੜੀ ਨੀਡ ਉਹਦੀ ਪੂਰੀ ਕਰਦਾ ਸੀ। ਇਹਦੀ ਪ੍ਰੋਬਲਮ ਜਿਹੜੀ ਆ ਉਹ ਉਹਨੂੰ ਆਊਗੀ। ਤੇ ਬਾਕੀ ਇਹ ਆ ਕਿ ਜੇ ਉਹਦੀ ਜਿਣਸ ਦਾ ਮੁੱਲ ਪੂਰਾ ਲੱਗੇ ਤੇ ਉਹਨੂੰ ਡਾਇਰੈਕਟ ਪੇਮੈਂਟ ਹੋਵੇ ਤਾਂ ਇਹ ਠੀਕ ਹੈ। ਪਰ ਹੁਣ ਜਿਹੜਾ ਸਰਕਾਰ ਲੈ ਕੇ ਆਈ ਮੈਥਡ, ਉਹਦੇ ਨਾਲ ਤੇ ਪ੍ਰਾਈਵੇਟ ਮੰਡੀ ਦੇ ਵਿੱਚ ਪਹਿਲੀ ਗੱਲ ਤੇ ਮੁੱਲ ਹੀ ਅੱਧਾ ਰਹਿ ਜਾਣਾ। ਅਸੀਂ ਸਪਸ਼ਟ ਹੈ ਇਸ ਗੱਲ ਤੇ। ਦੇਖੋ, ਪ੍ਰਾਈਵੇਟ ਮੰਡੀ ਬਾਰੇ ਇੱਕ ਚੀਜ਼ ਇਹਨਾਂ ਲੁਕਾਈ ਹੋਈ ਹੈ, ਪਰ ਉਹ ਸਪਸ਼ਟ ਹੈ ਉਹ ਵੀ, ਕਿ ਜੇ ਤੁਸੀਂ ਪ੍ਰਾਈਵੇਟ ਮੰਡੀ ਨਹੀਂ ਚਲਾਉਣੀ ਤਾਂ ਇਨਸੈਂਟਿਵ ਕਿਉਂ ਦੇ ਰਹੇ ਤੁਸੀਂ? ਤੁਹਾਡੀ ਜਾਣਕਾਰੀ ਲਈ ਇਨਸੈਂਟਿਵ ਵੇਖੋ ਕੀ ਦੇ ਰਿਹਾ। ਇਨਸੈਂਟਿਵ ਇਹ ਦੇ ਰਹੇ ਆ ਕਿ 8% ਜਿਹੜੀ ਮਾਰਕੀਟ ਫੀਸ ਹੈ, ਉਹ ਜੇ ਸਰਕਾਰੀ ਮੰਡੀ ਵੀ ਰਹੂ ਤੇ ਪ੍ਰਾਈਵੇਟ ਵੀ ਰਹੂ, ਤੇ ਸਰਕਾਰੀ ਮੰਡੀ ਵਿੱਚ 8% ਜਿਹੜਾ ਟੈਕਸ ਲੱਗੂਗਾ, ਮਾਰਕੀਟ ਟੈਕਸ, ਪ੍ਰਾਈਵੇਟ 'ਚ ਨਹੀਂ ਲੱਗੂਗਾ। ਉਹ ਝੋਨੇ ਦੀ ਜਿਹੜੀ MSP ਆ ਉਹਦੇ ਹਿਸਾਬ ਨਾਲ 154 ਰੁਪਏ ਕੁਇੰਟਲ ਦਾ, 1 ਕੁਇੰਟਲ ਦਾ ਬੈਨੀਫਿਟ ਆ ਪ੍ਰਾਈਵੇਟ ਵਾਲੇ ਬੰਨੇ। ਮੇਰੀ ਪ੍ਰਾਈਵੇਟ ਮੰਡੀ ਹੈ, ਮੈਂ ਕਹੂੰਗਾ ਜੱਟੋ ਐ ਨੂੰ ਆ ਜਾਓ, ਮੈਂ ਤੁਹਾਨੂੰ 150 ਰੁਪਈਆ 100 ਰੁਪਈਆ ਕੁਇੰਟਲ ਦਾ ਵੱਧ ਦੇਣਾ। ਕਿਹੜਾ ਕਮਲਾ ਜਿਹੜਾ 100-150 ਰੁਪਈਆ ਵੱਧ ਨਾ ਲਊਗਾ, ਕੌਣ ਸਰਕਾਰੀ ਮੰਡੀ 'ਚ ਜਾਊਗਾ? ਤਾਂ ਉਹ ਇੱਕ ਸਿਰਫ ਰਸਤਾ ਰੱਖਿਆ, ਇੱਕ ਲੋਅਰਮੈਂਟ ਦਿੱਤੀ ਹੈ ਕਿ ਭੱਜ ਕੇ ਜਾਓ ਪ੍ਰਾਈਵੇਟ ਮੰਡੀ ਵੱਲ, ਤਾਂ ਕਿ ਅਗਲੇ ਸਾਲ ਨੂੰ ਅਸੀਂ ਕਹਿ ਸਕੀਏ ਦੇਖੋ ਜੀ ਲੋਕ ਪ੍ਰਾਈਵੇਟ ਮੰਡੀ ਬਹੁਤ ਪਸੰਦ ਕਰਦੇ ਆ, ਸਰਕਾਰੀ ਮੰਡੀ ਵਿੱਚ ਤੇ ਕੋਈ ਆਇਆ ਨਹੀਂ, ਇਸ ਕਰਕੇ ਅਸੀਂ ਬੰਦ ਕਰ ਦਿੱਤੀ। ਪਰ ਹੁਣ ਸਿਆਸਤਦਾਨ ਜਿਹੜੇ ਨੇ, ਹਰ ਇੱਕ ਸਿਆਸਤਦਾਨ ਇੱਥੇ ਸਿਆਸਤ ਕਰ ਰਿਹਾ। ਜੇ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਹਨਾਂ ਵੱਲੋਂ ਤਾਂ ਇੱਕ ਨਾਅਰਾ ਕਿਹਾ ਗਿਆ, ਇੱਕੋ ਨਾਅਰਾ ਕਿਸਾਨ ਪਿਆਰਾ। ਕੱਲ੍ਹ 1 ਅਕਤੂਬਰ ਨੂੰ ਉਹ ਚੰਡੀਗੜ੍ਹ ਗਵਰਨਰ ਹਾਊਸ ਵਾਸਤੇ ਪੂਰੇ ਪੰਜਾਬ ਤੋਂ ਜਿਹੜੇ ਆ ਆਪਣੇ ਵਰਕਰਾਂ ਦੇ ਨਾਲ ਜਾ ਰਹੇ ਨੇ। ਦੂਜੇ ਪਾਸੇ ਕਾਂਗਰਸ ਦੀ ਜੇ ਗੱਲ ਕੀਤੀ ਹੈ ਸੂਬਾ ਸਰਕਾਰ ਦੀ, ਤੇ ਉਹ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨਾਂ ਨੇ ਮੀਟਿੰਗ ਵੀ ਕੀਤੀ, ਉਹਨਾਂ ਨੂੰ ਵੀ ਆਸ਼ਵਾਸਨ ਜਿਹੜਾ ਦਿੱਤਾ। ਤੇ ਕੀ ਲੱਗਦਾ ਕਿ ਜਿਹੜੀ ਸਿਆਸਤ ਹੋ ਰਹੀ ਹੈ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ? ਇਹ ਬਿੱਲ ਜਿਹੜੇ ਆ ਕਿਆ ਦਬਾਅ ਹੇਠ ਕੇਂਦਰ ਸਰਕਾਰ ਵਾਪਸ ਲਊਗੀ? ਦੇਖੋ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਾਂਗਰਸ ਜਿਹੜੀ ਸਭ ਚੀਜ਼ ਦੀ ਖੁੱਲ੍ਹੀ ਮੰਡੀ ਦੀ ਜਨਮਦਾਤਾ, ਉਹ ਵੀ ਮਗਰਮੱਛ ਦੇ ਹੰਝੂ ਆ ਰਹੀ ਹੈ। ਤੇ ਅਕਾਲੀ ਜਿਹੜੇ ਆ ਉਹਨਾਂ ਦੀ ਤਾਂ ਸਿਆਸਤ ਦੇ ਵਿੱਚ ਬਹੁਤ ਫਰਕ ਆਇਆ। ਅਕਾਲੀ ਕਿਸੇ ਵੇਲੇ ਧਾਰਮਿਕ ਮੋਰਚੇ ਤੇ ਉਸ ਤੋਂ ਬਾਅਦ ਖਾਸ ਕਰਕੇ ਫੈਡਰਲਿਜ਼ਮ ਦੇ ਉੱਤੇ, ਰਾਜਾਂ ਨੂੰ ਵੱਧ ਅਧਿਕਾਰਾਂ ਉੱਤੇ ਦੇਸ਼ ਦੇ ਇੱਕ ਮੋਹਰੀ ਦਲ ਵਜੋਂ ਉੱਭਰ ਕੇ ਸਾਹਮਣੇ ਆਏ। ਪਰ BJP ਨਾਲ ਜਿਹੜਾ ਉਹਨਾਂ ਦਾ ਗੱਠਜੋੜ ਆ, ਉਹਦੇ 'ਚ ਇਹਨਾਂ ਨੇ ਬਹੁਤ ਹੀ ਗਲਤ ਫੈਸਲੇ ਲਏ ਆ ਤੇ ਬਹੁਤ ਹੀ ਨੁਕਸਾਨ ਉਠਾਇਆ। ਤੇ ਤੁਸੀਂ ਦੇਖੋ ਕਿ ਜਿਹੜੇ ਫੈਡਰਲਿਜ਼ਮ ਵਾਲੀਆਂ ਚੀਜ਼ਾਂ ਸੀ, ਜਦੋਂ ਤੋੜਨ ਲੱਗੀ BJP, ਤਾਂ ਅਕਾਲੀ ਦਲ ਨੇ ਸਰੈਂਡਰ ਹੀ ਕਰ ਦਿੱਤਾ, ਹਥਿਆਰ ਹੀ ਸੁੱਟਤੇ। ਜੰਮੂ ਕਸ਼ਮੀਰ ਵਾਲੇ ਸਵਾਲ ਦੇ ਉੱਤੇ ਅਕਾਲੀ ਦਲ ਦਾ ਹਥਿਆਰ ਸੁੱਟਣਾ, ਖਾਸ ਕਰਕੇ ਪੰਜਾਬੀ ਬੋਲੀ ਦੇ ਉੱਤੇ, ਜਿੱਥੇ ਹੁਣ ਬਿਆਨ ਦੇ ਰਿਹਾ
ਨਾ ਬੋਲਣਾ, ਤਾਂ ਇਹ ਸਭ ਤੋਂ ਪਹਿਲੀ ਗੱਲ ਸੀ ਜਿੱਥੇ ਇਹ ਸ਼ੱਕ ਸੀ ਕਿ ਬੀਜੇਪੀ ਦੇ ਅੰਦਰ ਵੜ ਕੇ ਉਹੀ ਚੀਜ਼ ਬਣ ਗਏ ਤੇ ਇਹਨਾਂ ਦਾ ਜਿਹੜਾ ਰਾਜਾਂ ਦੇ ਅਧਿਕਾਰਾਂ ਵਾਲਾ ਕੰਮ ਸੀ ਉਹ ਜਾਂਦਾ ਰਿਹਾ। ਉਸ ਤੋਂ ਮਗਰੋਂ ਉਹ ਕਹਿੰਦੇ ਜੀ ਅਸੀਂ ਬਿਜਲੀ ਜਿਹੜੀ ਆ ਇਹ ਵੀ ਰਾਜਾਂ ਤੋਂ ਲੈ ਕੇ ਕੇਂਦਰ ਫੈਸਲਾ ਕਰੂਗਾ। ਉਦੋਂ ਵੀ ਨਹੀਂ ਬੋਲੇ, ਉਦੋਂ ਹਰਸਿਮਰਤ ਜਿਹੜੀ ਕੈਬਨਿਟ ਸੀਗੀ, ਮੰਤਰੀ ਸੀ, ਬਿਜਲੀ ਕੇਂਦਰ ਦੇ ਕੋਲ ਹੋਊਗੀ ਤਾਂ ਉਹਦਾ ਜਿਹੜਾ ਕੈਬਨਿਟ ਡਿਸੀਜਨ ਆ ਉੱਥੇ ਉਹਨੇ ਦੱਸੇ ਕੀਤੇ ਹੋਏ ਆ। ਫਿਰ ਦੇਖੋ ਜਦੋਂ ਆ ਜਿਹੜੇ ਸਾਰੇ ਆਰਡੀਨੈਂਸ ਬਣੇ, ਆਰਡੀਨੈਂਸ ਉਦੋਂ ਬਣਦਾ ਜਦੋਂ ਆਰਡੀਨੈਂਸ ਤਾਂ ਪਹਿਲਾਂ ਸ਼ੁਰੂ ਹੀ ਕੈਬਨਿਟ ਤੋਂ ਹੁੰਦਾ। ਆਰਡੀਨੈਂਸ ਤੇ ਦਾ ਜਿਹੜਾ ਫਰੇਮਵਰਕ ਆ ਜਿਹੜਾ ਉਹ ਕਰਦੀ ਹੈ ਕੈਬਨਿਟ, ਕੈਬਨਿਟ ਡਿਸੀਜਨ ਤੋਂ ਬਾਅਦ ਮੁੱਖ ਮੰਤਰੀ ਦੀ ਸਿਫਾਰਿਸ਼ ਨਾਲ ਰਾਸ਼ਟਰਪਤੀ ਕੋਲ ਜਾਂਦਾ। ਤਾਂ ਤੁਸੀਂ ਸਾਰਾ ਕੁਝ ਦਸਤਖਤ ਕਰਕੇ ਫਿਰ ਤੁਸੀਂ ਉੱਥੇ ਨਹੀਂ ਖਲੋਤੇ, ਫਿਰ ਤੁਸੀਂ ਵਕੀਲ ਬਣੇ ਉਹਦੇ। ਤੁਸੀਂ 5 ਜੂਨ ਤੋਂ ਲੈ ਕੇ ਉਹਨਾਂ ਚਿਰ ਜਿੰਨਾ ਚਿਰ ਕਿਸਾਨ ਸਾਡੇ ਆਖੇ ਜਥੇਬੰਦੀਆਂ ਦੇ ਆਖੇ ਸੜਕਾਂ 'ਤੇ ਨਹੀਂ ਆਏ, ਉਹਨਾਂ ਚਿਰ ਤੁਸੀਂ ਕਹਿੰਦੇ ਰਹੇ ਸਾਡੇ ਕੋਲ ਐਗਰੀਕਲਚਰ ਮਿਨਿਸਟਰ ਦੀ ਚਿੱਠੀ ਆ, ਅਸੀਂ ਤੁਹਾਨੂੰ ਦੱਸਦੇ ਹਾਂ ਖਦਸ਼ੇ ਆ, ਅਮਰਿੰਦਰ ਸਿੰਘ ਖਰਾਬ ਕਰ। ਲੇਕਿਨ ਜਦ ਤੁਸੀਂ ਦੇਖਿਆ ਵੀ ਇਹ ਸਾਰੇ ਦੇ ਸਾਰੇ ਜਿਹੜੇ ਆ ਵਿਰੋਧ 'ਚ ਆ ਗਏ ਤੇ ਇਹ ਤੁਸੀਂ 2022 ਦੀ ਚੋਣ ਨੂੰ ਵੇਖਦੇ ਆ 180 ਡਿਗਰੀ ਦੇ ਮੋੜਾ ਕੱਟਿਆ। ਉਹ ਪੰਜਾਬ ਦੇ ਕਿਸਾਨਾਂ ਨੂੰ ਪਚਦਾ ਨਹੀਂ। ਤੁਸੀਂ ਸਮਝਦੇ ਆ ਕਿ ਇਹ ਡੌਜ ਕਰਕੇ ਤੁਸੀਂ ਅਸਤੀਫਾ ਦੇ, ਫਿਰ ਤੁਸੀਂ ਅਸਤੀਫਾ ਦੇ ਕੇ NDA ਨੂੰ ਨਾਤਾ ਨਹੀਂ ਸੀ ਤੋੜਿਆ, ਬਾਅਦ 'ਚ ਸਿਚੁਏਸ਼ਨ ਵੇਖ ਕੇ ਤੁਸੀਂ ਨਾਤਾ ਤੋੜ ਲਿਆ। ਤੋ ਅੱਜ ਜਿੱਥੇ ਵੀ ਕਾਨਫਰੰਸਾਂ ਹੁੰਦੀਆਂ, ਜਿੱਥੇ ਗੈਦਰਿੰਗ ਹੁੰਦੀਆਂ, ਪਿੰਡਾਂ 'ਚ ਅਸੀਂ ਜਾਂਦੇ ਹਾਂ ਤਾਂ ਕਿਸਾਨ ਭਲੀ ਭਾਂਤ ਇਸ ਗੱਲ ਤੋਂ ਜਾਣੂ ਆ। ਈਵਨ ਮੈਂ ਕਹਿੰਦਾ ਵੀ ਮੈਂ ਅਕਾਲੀ ਦਲ ਦੇ ਲੀਡਰ ਦੇਖਦਾ ਜਿੱਥੇ ਅਸੀਂ ਬੋਲਦੇ ਆ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਇਸ ਗੱਲ ਦਾ। ਤਾਂ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਇੱਕ ਵਾਰੀ ਸਾਰਾ ਹਮਾਇਤ ਕਰਕੇ ਫਿਰ 180 ਡਿਗਰੀ ਦਾ ਮੋੜਾ ਕੱਟ ਕੇ ਇਹਦੇ 'ਚੋਂ ਕੋਈ ਖੱਟੂਗਾ। ਉਹਨੂੰ ਪਹਿਲਾਂ ਹੀ ਸੋਚ ਕੇ ਫੈਸਲਾ ਕਰਨਾ ਚਾਹੀਦਾ ਸੀ ਔਰ ਉਹ ਗਲਤ ਥਾਂ 'ਤੇ ਖਲੋਤਾ ਤੇ ਇਹ ਇੰਨੀ ਛੇਤੀ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਮਾਫੀ ਨਹੀਂ ਦੇਣਗੇ ਅਕਾਲੀ ਦਲ। ਪਰ ਕਾਂਗਰਸ ਦੀ ਜੇ ਗੱਲ ਕੀਤੀ ਜਾਵੇ, ਕੱਲ੍ਹ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ, ਕਿਸਾਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਤੇ ਸੂਬਾ ਸਰਕਾਰ ਜਿਹੜੀ ਹੈ ਇੱਕ ਦਿਨ ਦਾ ਸੈਸ਼ਨ ਵੀ ਕਿਹਾ ਗਿਆ ਕਿ ਬੁਲਾਇਆ ਜਾਏਗਾ। ਲੱਗਦਾ ਕਿ ਜੇ ਸੂਬਾ ਸਰਕਾਰ ਚਾਹਵੇ ਤੇ ਇਹ ਬਿੱਲ ਨੂੰ ਰੋਕਿਆ ਜਾ ਸਕਦਾ, ਉਹ ਇਸ ਨੂੰ ਰੋਕ ਸਕਦੀ ਹੈ ਸੂਬਾ ਸਰਕਾਰ। ਦੇਖੋ ਕੁਐਸਚਨ ਤਾਂ ਕਲੀਅਰ ਇਹ ਹੈ ਕਿ ਜਿੱਥੇ ਕੇਂਦਰ ਕੋਈ ਚੀਜ਼ ਪਾਸ ਕਰ ਦਿੰਦਾ ਉੱਥੇ ਰਾਜ ਸਰਕਾਰ ਉਹਦੇ ਰਾਜ ਅੜਿੱਕਾ ਨਹੀਂ ਬਣ ਸਕਦਾ, ਉਹਨੇ ਇੰਪਲੀਮੈਂਟ ਹੋਣਾ। ਜਿਹੜਾ ਪੰਜਾਬ ਸਰਕਾਰ ਪੁਆਇੰਟ ਲੈ ਸਕਦੀ ਉਹ ਇਹ ਆ ਕਿ ਇਹ ਜਿਹੜੀ ਸਮਵਰਤੀ ਸੂਚੀ ਆ, ਜਾਣੀ ਕੇਂਦਰ ਦੀ ਵੀ ਤੇ ਰਾਜ ਦੀ ਵੀ, ਤੇ ਉਹਦੇ ਵਿੱਚ ਜਿਹੜਾ ਇਸ਼ੂ ਆਉਂਦਾ ਉਹ ਤੇ ਦੋਵੇਂ ਬਣਾ ਸਕਦੇ ਆ। ਤਾਂ ਐਗਰੀਕਲਚਰ ਸਮਵਰਤੀ ਸੂਚੀ ਹੈ। ਐਗਰੀਕਲਚਰ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਵਾਲਾ ਹਿੱਸਾ ਤੇ ਇੰਡਸਟਰੀਅਲਾਈਜੇਸ਼ਨ ਵਾਲਾ ਹਿੱਸਾ, ਸੰਤੀਕਰਨ ਵਾਲਾ, ਉਹ ਕੇਂਦਰ ਕੋਲ ਹੈ। ਜਿਹੜਾ ਬਾਕੀ ਕਮੋਡਿਟੀਜ਼ ਨੇ ਤੇ ਬਾਕੀ ਚੀਜ਼ਾਂ ਜਿਹੜਾ ਪੈਦਾਵਾਰ ਉਹ ਰਾਜ ਕੋਲ ਹੈ। ਐਕਚੁਅਲੀ ਦੇ ਕੇਂਦਰ ਨੇ ਛਾਪਾ ਮਾਰਿਆ ਆਪਣੇ ਖੇਤਰ ਤੋਂ ਅੱਗੇ ਜਾ ਕੇ ਉਹਨੇ ਫੈਸਲਾ ਕੀਤਾ। ਇਹ ਫੈਸਲਾ ਜਿਹੜਾ ਮੰਡੀ ਵਾਲਾ, ਕੀਮਤ ਵਾਲਾ ਜਾਂ ਜਿਹੜਾ ਹੋਰ ਫੈਸਲਾ ਜਿਹੜਾ ਚੀਜ਼ਾਂ ਇੱਧਰ ਇਹ ਰਾਜ ਦਾ ਹੀ ਸੀਗਾ। ਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨੂੰ ਚੈਲੰਜ ਕਰਨਗੇ ਤੇ ਕਰਨਗੇ ਕੌਣ? ਕਾਂਗਰਸ ਵਾਲੇ, ਜਿਹੜੇ ਖੁਦ ਖੁੱਲੀ ਮੰਡੀ ਦੇ ਸਭ ਤੋਂ ਵੱਡੇ ਹਮਾਇਤੀ ਹੈ। ਇਸ ਕਰਕੇ ਸਪਸ਼ਟ ਹੈ ਕਿ ਇਹ ਚੋਣ ਕਰਕੇ ਡਰਾਮਾ ਕੀਤਾ ਜਾ ਰਿਹਾ। ਤੇ ਕਾਂਗਰਸ ਤੁਸੀਂ ਦੇਖੋ, ਜੇ ਕਾਂਗਰਸ ਨੇ ਸਾਡੇ ਨਾਲ ਹੀ ਆਉਣਾ ਸੀ ਤੇ ਕਾਂਗਰਸ ਨੇ ਪਾਰਲੀਮੈਂਟ 'ਚ ਸਾਡੇ ਹੱਕ 'ਚ ਵੋਟ ਤਾਂ ਪਾਓ, ਤੁਸੀਂ ਭਾਵੇਂ ਅਸੀਂ ਹਾਰ ਹੀ ਜਾਈਏ। ਆਮ ਆਦਮੀ ਪਾਰਟੀ, ਕਾਂਗਰਸ ਨੇ ਵਾਕਆਊਟ ਕੀਤਾ। ਤੁਸੀਂ ਮੈਨੂੰ ਦੱਸੋ ਕਿ ਕਿਹਨੂੰ ਨਹੀਂ ਅੱਜ ਦੀ ਤਰੀਕ 'ਚ ਪਤਾ ਕਿ ਵਾਕਆਊਟ ਉਹ ਜਿਹੜੀ ਧਿਰ ਬਿੱਲ ਲੈ ਕੇ ਆ ਰਹੀ ਹੁੰਦੀ ਉਹਨੂੰ ਸਪੋਰਟ ਕਰਦਾ ਵੀ ਲਓ ਜੀ ਅਸੀਂ ਤਾਂ ਸਾਰੇ ਬਾਹਰ ਚੱਲੇ ਹਾਂ ਜੀ, ਵਾਜਪਾਈ ਸਾਹਿਬ ਬਾਕੀ ਜਿੰਨੇ ਤੁਸੀਂ ਪਾਸ ਕਰ ਲਓ, ਅਸੀਂ ਤਾਂ ਰਾਮ ਰੌਲਾ ਪਾਉਣਾ ਸੀਗਾ, ਅਸੀਂ ਤਾਂ ਆਪਣੇ ਨੰਬਰ ਬਣਾਉਣੇ ਸੀ ਵੀ ਅਸੀਂ ਵਿਰੋਧੀ ਹਾਂ। ਪਰ ਜਿਹੜੀ ਪ੍ਰੈਕਟੀਕਲ ਗੱਲ ਕਰਨੀ ਸੀ, ਜਿੱਥੇ ਅਸੀਂ ਬਿੱਲ ਦੇ ਖਿਲਾਫ ਵੋਟ ਪਾਉਣੀ ਸੀ, ਉਹ ਅਸੀਂ ਨਹੀਂ ਕਰਨੀ। ਇਸ ਕਰਕੇ ਉਹਨਾਂ ਦੀ ਇੱਛਾ ਸ਼ਕਤੀ ਸਾਫ਼ ਹੈ ਕਿ ਉਹਨਾਂ ਨੇ ਬਿੱਲ ਦੀ ਵਿਰੋਧਤਾ ਪ੍ਰੈਕਟੀਕਲੀ ਨਹੀਂ ਕੀਤੀ। ਹੁਣ ਅੱਗੋਂ ਰਸਤਾ ਕੀ ਹੈ? ਕੱਲ੍ਹ ਦੀ ਜੇ ਗੱਲ ਕੀਤੀ ਹੈ, ਪਰਸੋਂ ਦੀ ਗੱਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਆਪਣੇ ਜੱਦੀ ਪਿੰਡ ਗਏ ਸੀ ਧੂਰੀ। ਉੱਥੇ ਉਹਨਾਂ ਨੇ ਸਾਰਿਆਂ ਨੂੰ ਇਹ ਕਿਹਾ ਕਿ ਜਿਵੇਂ ਕੋਆਪਰੇਟ ਸੁਸਾਇਟੀਆਂ, ਉਹਨਾਂ ਨੇ ਕੁਝ ਸੁਸਾਇਟੀਆਂ ਦਾ ਨਾਂ ਲਿੱਤਾ ਵੀ ਉਸ ਤਰ੍ਹਾਂ ਹੁਣ ਹਰ ਇੱਕ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਨੇ, ਇਹਨਾਂ ਨੂੰ ਆਪਣੀਆਂ ਸੁਸਾਇਟੀਆਂ ਬਣਾ ਕੇ ਆਪਣੇ ਆਪ ਤੈਅ ਕਰਨੇ ਹੋਣਗੇ। ਕਿਆ ਉਸ ਤਰ੍ਹਾਂ ਵੀ ਹੋ ਸਕਦਾ, ਜਾਂ ਕਿਸਾਨ ਜਿਹੜੇ ਨੇ ਚਾਹੇ ਅੰਮ੍ਰਿਤਸਰ ਦੇ ਕਿਸਾਨ ਆ ਤੇ ਅੰਮ੍ਰਿਤਸਰ ਦੇ ਵਿੱਚ ਹੀ ਆਪਣੀ ਜਿੰਸ ਨੂੰ ਆਮ ਲੋਕਾਂ ਨੂੰ ਵੇਚਣ ਆਪਣੇ ਰੇਟ 'ਤੇ?
ਇਸ ਤਰ੍ਹਾਂ ਦਾ ਵੀ ਕੁਝ ਰਸਤਾ ਨਿਕਲ ਸਕਦਾ, ਕਿਉਂਕਿ ਬਿੱਲ ਜਿਹੜਾ ਉਹ ਕਾਨੂੰਨ ਬਣ ਗਿਆ, ਉਸ ਕਾਨੂੰਨ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਤਾਂ ਕਿ ਕਿਸਾਨ ਜਿਹੜਾ ਉਹ ਖੁਸ਼ਹਾਲ ਰਵੇ, ਜਾਂ ਜੇ ਹਜੇ ਵੀ ਜੇ ਉਹਦੀ ਜਿਨਸ ਹੈ, ਚਾਹੇ ਕਣਕ ਹੈ, ਝੋਨਾ ਹੈ, ਜਾਂ ਮੱਕੀ ਹੈ, ਜਾਂ ਕੋਈ ਹੋਰ ਸਬਜ਼ੀਆਂ, ਉਹਦੇ ਭਾਅ ਕਿਸਾਨ ਆਪਣੀ ਸੁਸਾਇਟੀ ਬਣਾ ਕੇ ਆਪ ਕਿਉਂ ਨਹੀਂ ਤੈਅ ਕਰਕੇ ਆਪ ਕਿਉਂ ਨਹੀਂ ਮੰਡੀ 'ਚ ਵੇਚ ਸਕਦੇ? ਦੇਖੋ ਜੀ, ਇਹ ਇਕਨੋਮਿਕਸ ਦਾ ਸਵਾਲ ਹੈ। ਇਕਨੋਮਿਕਸ ਦੇ ਜਿਹੜੇ ਪਾਠਕ ਨੇ ਜਾਂ ਇਕਨੋਮਿਸਟ ਨੇ ਉਹ ਤਾਂ ਬੜੀ ਸਪਸ਼ਟ ਰੂਪ 'ਚ ਗੱਲ ਕਰ ਸਕਦੇ ਆ ਕਿ ਪੈਦਾਵਾਰ ਸਿਰਫ ਪੈਦਾਵਾਰ ਨਹੀਂ ਹੁੰਦੀ, ਪੈਦਾਵਾਰ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਜਿਹੜੀ ਪੈਦਾਵਾਰ ਤੁਸੀਂ ਆਪਣੇ ਲਈ ਕਰ ਰਹੇ ਆ, ਇੱਕ ਪੈਦਾਵਾਰ ਤੁਸੀਂ ਮੰਡੀ ਲਈ ਕਰ ਰਹੇ ਆ। ਜਿਹੜੀ ਪੈਦਾਵਾਰ ਮੰਡੀ ਲਈ ਹੁੰਦੀ ਹੈ ਉਹਨੂੰ ਕਮੋਡਿਟੀ ਪ੍ਰੋਡਕਸ਼ਨ ਕਹਿੰਦੇ। ਜਿਹੜੀ ਕਮੋਡਿਟੀ ਪ੍ਰੋਡਕਸ਼ਨ ਹੈ ਉਹਨੇ ਮਾਰਕੀਟ 'ਚ ਵਿਕਣਾ ਜਾ ਕੇ, ਤਾਂ ਪੰਜਾਬ ਦੀ ਸਾਰੀ ਖੇਤੀਬਾੜੀ ਜਿਹੜੀ ਹੈ ਕਮੋਡਿਟੀ ਪ੍ਰੋਡਕਸ਼ਨ ਹੈ। ਇਸ ਕਰਕੇ ਇਹਨੂੰ ਮੰਡੀ ਦੀ ਲੋੜ ਹੈ। ਇਹ ਸਹਿਕਾਰੀ ਸੁਭਾਵਾਂ ਦੂਜਾ ਤੀਜਾ ਇਹ ਪ੍ਰੈਕਟੀਕਲ ਗੱਲਾਂ ਨਹੀਂ ਹਨ, ਇਹ ਕਿਸੇ ਇਕਨੋਮਿਕ ਸਟਰਕਚਰ ਦਾ ਹਿੱਸਾ ਨਹੀਂ ਹਨ। ਇਹ ਖਿਆਲੀ ਪਲਾਓ ਨੇ ਜਿਹੜੇ ਪ੍ਰੈਕਟੀਕਲ ਕਿਤੇ ਹੈ ਨਹੀਂ। ਇਹ ਐਵੇਂ ਲੋਕਾਂ ਨੂੰ ਕਿਹਾ ਤਾਂ ਜਾ ਸਕਦਾ, ਇੱਦਾਂ ਕਿਸੇ ਹਿੱਸੇ 'ਚੋਂ ਕਰਕੇ ਦਿਖਾਉਣ ਜਿਹੜੇ ਲੀਡਰ ਨੇ, ਅਤੇ ਬਾਕੀਆਂ ਨੂੰ ਅਸੀਂ ਕਹੇ ਤੁਸੀਂ ਇੱਦਾਂ ਕਰ ਲਓ, ਤਾਂ ਇਹ ਪ੍ਰੈਕਟੀਕੇਬਲ ਨਹੀਂ ਹੈ ਇੱਦਾਂ ਦੀਆਂ ਗੱਲਾਂ। ਇਹ ਜਿਹੜੀ ਪ੍ਰੋਡਕਸ਼ਨ ਆ ਉਹ ਕਮੋਡਿਟੀ ਆ, ਕਮੋਡਿਟੀ ਪ੍ਰੋਡਕਸ਼ਨ ਹੈ, ਅਤੇ ਦੇਰ ਆਰ ਨੀਡਸ ਏ ਮਾਰਕੀਟ, ਅਤੇ ਮਾਰਕੀਟ ਜਿਹੜੀ ਆ ਉਹ ਸਰਕਾਰੀ ਹੋਵੇ ਕਿ ਪ੍ਰਾਈਵੇਟ। ਜੇ ਮਾਰਕੀਟ ਪ੍ਰਾਈਵੇਟ ਹੋਊਗੀ ਤਾਂ ਨਤੀਜੇ ਬਹੁਤ ਹੀ ਖਤਰਨਾਕ ਹੋਣਗੇ। ਇਹ ਸਰਕਾਰੀ ਮਾਰਕੀਟ ਹੀ ਆ ਜਿਹੜੀ ਕਿਸਾਨ ਨੂੰ ਖਿੱਚ ਕੇ ਇੱਥੇ ਤੱਕ ਲੈ ਆਈ। ਪ੍ਰਾਈਵੇਟ ਹੋ ਲੈਣ ਦਿਓ, ਉਹਨੇ ਕਹਿਣਾ ਜੀ ਇਹਦੇ ਵਿੱਚ ਤੇ ਆ, ਇਹਦੇ ਵਿੱਚ ਤੇ ਆਹ ਚੀਜ਼ ਰਲੀ ਹੋਈ ਆ, ਇਹ ਦਾਣਿਆਂ ਦਾ ਰੰਗ ਹੀ ਨਹੀਂ ਚੰਗਾ, ਇਹ ਸੁੱਕੇ ਹੋਏ ਆ, ਇਹਨੂੰ ਪੂਰਾ ਪਾਣੀ ਹੀ ਨਹੀਂ ਆਇਆ, ਇਹਨੂੰ ਖਾਦ ਜ਼ਿਆਦਾ ਪੈ ਗਈ, 3200 ਬਹਾਨੇ ਲਾ ਕੇ ਰੁਪਈਏ ਦੀ ਚੀਜ਼ ਢੇਲੀ ਦੀ ਖਰੀਦਣਗੇ। ਇਹ ਪ੍ਰਾਈਵੇਟ ਮੰਡੀ ਹੋਣੀ ਦਿਖਦੀ ਹੈ ਸਾਨੂੰ। ਤਾਂ ਕਿਸਾਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਔਨ ਸਲੌਟ ਹੈ ਜਿਹੜਾ ਸਰਕਾਰੀ ਮੰਡੀ ਦਾ ਜਾਣਾ। ਇਹ ਅੰਡਰ ਦੀ ਪ੍ਰੈਸ਼ਰ ਆਫ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਅੰਡਰ ਦੀ ਪ੍ਰੈਸ਼ਰ ਆਫ ਦਾ ਇੰਪੀਰੀਅਲਿਸਟ ਐਂਡ ਮਲਟੀਨੈਸ਼ਨਲ ਕੰਪਨੀਜ਼, ਅੰਡਰ ਦਾ ਪ੍ਰੈਸ਼ਰ ਆਫ ਦਾ ਕਾਰਪੋਰੇਟ ਫੈਮਿਲੀਜ਼ ਕੀਤਾ ਜਾ ਰਿਹਾ, ਔਰ ਇਹਦੇ ਨਤੀਜੇ ਚੰਗੇ ਨਹੀਂ ਹੋਣਗੇ। ਮੈਂ ਤੁਹਾਨੂੰ ਦੱਸਾਂ, ਪਰ ਇਹਦਾ ਹੱਲ ਕੀ ਹੈ? ਇਹਦਾ ਹੱਲ ਦੋ ਆ। ਜਾਂ ਤਾਂ ਦੇਖੋ, ਤੁਸੀਂ ਇਹ ਦੇਖੋ ਕਿਸਾਨਾਂ ਵਾਸਤੇ ਥੋੜ੍ਹਾ ਇੱਕ ਚੀਜ਼ ਜਿਹੜੀ ਤੁਸੀਂ ਮੈਨੂੰ ਸਵਾਲ ਨਹੀਂ ਕੀਤਾ, ਮੈਂ ਆਪ ਹੀ ਖੁਦ ਸ਼ੁਰੂ ਕਰਦਾ ਕਿ ਉਹ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਹੈ, ਜਿਹਦੇ ਤਹਿਤ ਜ਼ਰੂਰੀ ਸੇਵਾਵਾਂ ਨੂੰ ਨਾ ਕੋਈ ਜ਼ਿਆਦਾ ਲੋੜੋਂ ਖਰੀਦ ਸਕਦਾ ਅਤੇ ਨਾ ਉਹਨਾਂ ਨੂੰ ਹੋਲਡ ਕਰ ਸਕਦਾ, ਸਟੋਰ ਨਹੀਂ ਕਰ ਸਕਦਾ, ਅਤੇ ਉਹ ਤੁਸੀਂ ਖੁੱਲ੍ਹੀ ਛੁੱਟੀ ਦੇ ਦਿੱਤੀ। ਅਤੇ ਹੁਣ ਫਿਰ ਜਿੰਨੀਆਂ ਸਬਜ਼ੀਆਂ, ਜਿੰਨੀਆਂ ਘਰਾਂ ਦੇ ਵਿੱਚ ਵਰਤਣ ਵਾਲੀਆਂ ਬਾਕੀ ਚੀਜ਼ਾਂ, ਜ਼ਰੂਰੀ ਵਸਤਾਂ ਸਾਰੀਆਂ ਖਰੀਦ ਕੇ ਉਹ ਰੱਖ ਲੈਣਗੇ। ਮੈਂ ਤਾਂ ਹੈਰਾਨ ਹੈ ਕਿ ਜਿਸ ਸਮੇਂ ਇਹ ਬਿੱਲ ਪਾਸ ਹੋਇਆ ਅਤੇ 24 ਘੰਟੇ ਬਾਅਦ ਮਾਰਕੀਟ 'ਚ 3 ਚੀਜ਼ਾਂ ਨਹੀਂ ਲੱਭ ਰਹੀਆਂ, ਆਲੂ, ਗੰਢੇ ਅਤੇ ਪਿਆਜ਼, ਡਬਲ ਕੀਮਤਾਂ ਹੋ ਗਈਆਂ 24 ਘੰਟੇ ਦੇ ਵਿੱਚ। ਇਹਦਾ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਸਭ ਨੂੰ ਪਤਾ। ਤਾਂ ਇਹ ਬਿੱਲ ਇਕੱਲਾ ਕਿਸਾਨਾਂ ਲਈ ਨਹੀਂ ਹੈ, ਦਿਸ ਇਜ਼ ਫਾਰ ਦਾ ਜਨਰਲ ਪੀਪਲ, ਜਿਨ੍ਹਾਂ ਨੇ ਮਾਰਕੀਟ 'ਚੋਂ ਕੁਛ ਵੀ ਖਰੀਦਣਾ ਉਹਦੇ ਵਾਸਤੇ ਆ। ਇਹ ਸ਼ਹਿਰੀਆਂ ਲਈ ਵੀ ਆ, ਆਮ ਲੋਕਾਂ ਲਈ ਵੀ ਆ, ਇਹ ਗਰੀਬਾਂ ਲਈ ਵੀ ਆ ਅਤੇ ਅਮੀਰਾਂ ਲਈ ਵੀ ਆ। ਜੇ ਤੁਸੀਂ ਉੱਥੇ ਮਾਰਕੀਟ 'ਚ ਸਕੇਅਰਸਿਟੀ ਪੈਦਾ ਕਰੋਗੇ, ਜੇ ਤੁਸੀਂ ਗੋਦਾਮ ਬਣਾ ਕੇ ਅਤੇ ਲੋਕਾਂ ਨੂੰ ਦੱਸਣਗੇ ਕਿ ਗੋਦਾਮਾਂ 'ਚ ਮਾਲ ਹੈਗਾ ਪਰ ਮੇਰੇ ਖਾਣ ਨੂੰ ਨਹੀਂ ਹੈਗਾ, ਅਤੇ ਫਿਰ ਜੇ ਹੈਤੀ ਦੇ ਵਿੱਚ ਗੋਦਾਮ ਤੋੜਨ ਲਈ ਦੰਗੇ ਹੋਏ, ਜੇ ਉੱਥੇ ਗੋਲੀ ਚੱਲੀ ਤਾਂ ਇਟ ਵਿਲ ਬੀ ਇਨ ਇੰਡੀਆ। ਜੇ ਤੁਸੀਂ ਇੱਕ ਚੀਜ਼ ਕਰੋਗੇ ਜਿਹੜੀ ਹੈਤੀ 'ਚ ਹੋਈ, ਭਾਰਤ 'ਚ ਵੀ ਹੋਏਗੀ। ਪਰ ਜੇ ਗੱਲ ਕੀਤੀ ਜਾਵੇ, ਤੁਸੀਂ ਜਨਰਲ ਲੋਕਾਂ ਦੀ ਗੱਲ ਕੀਤੀ, ਸ਼ਹਿਰ ਦੇ ਜਿਹੜੇ ਲੋਕ ਨੇ, ਅਮੂਮਨ ਲੋਕ ਜਿਹੜੇ ਨੇ, ਉਹਨਾਂ ਨਾਲ ਅੱਜ ਸਵੇਰੇ ਵੀ ਮੇਰੀ ਇੱਕ ਸੱਜਣ ਨਾਲ ਐਸੇ ਗੱਲੋਂ ਬਹਿਸ ਹੋਈ ਸੀ। ਉਹ ਕਹਿੰਦੇ ਜੀ ਕਿਸਾਨ ਐਵੇਂ ਰੋਈ ਜਾਂਦਾ, ਫ੍ਰੀ ਬੱਤੀ ਇਹਨੂੰ ਮਿਲਦੀ, ਇਨਕਮ ਟੈਕਸ ਇਹਨੂੰ ਨਹੀਂ ਪੈਂਦੀ, GST ਇਹਨੂੰ ਨਹੀਂ ਪੈਂਦੀ, ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਗਿਣਾਤੇ ਵੀ ਉਹਨਾਂ ਨੂੰ ਸਹੂਲਤਾਂ ਹੈਗੀਆਂ, ਜ਼ਿਮੀਂਦਾਰ ਐਵੇਂ ਰੋਈ ਜਾਂਦਾ। ਤੁਹਾਡਾ ਇੱਥੇ ਕੀ ਕਹਿਣਾ? ਦੇਖੋ, ਕੁਐਸਚਨ ਤੇ ਆ, ਮੈਂ ਸਭ ਤੋਂ ਪਹਿਲਾਂ ਬੱਤੀ ਦਾ ਸਵਾਲ ਲੈ ਲਾਂ ਕਿ ਬੱਤੀ ਦਾ ਤੁਸੀਂ ਦੇਖੋਗੇ, ਬੱਤੀ ਦਾ ਤੇ ਬਾਦਲਾਂ ਨੇ ਉਹ ਹਾਲ ਕੀਤਾ ਕਿ ਪੰਜਾਬ 'ਚ ਬੱਤੀ ਦੋ ਤਰ੍ਹਾਂ ਪੈਦਾ ਕਰਨੀ ਚਾਹੀਦੀ। ਇੱਕ ਜਿਹੜੀ ਪਹਿਲਾਂ ਪੈਦਾ ਹੋ ਰਹੀ ਸੀ ਪਾਣੀ ਤੋਂ, ਠੀਕ ਸੀ ਕਿਉਂਕਿ ਸਾਡੇ ਕੋਲ ਨਹਿਰਾਂ, ਦਰਿਆ ਹੈਗੇ। ਹੁਣ ਜਿਹੜੀ ਨਵੀਂ ਆਈ ਆ ਉਹ ਹੈਗਾ ਸੂਰਜੀ ਊਰਜਾ, ਜਿਹੜਾ ਸਾਡੇ ਇੰਨਾ ਸੂਰਜ ਚਮਕਦਾ 365 ਦਿਨਾਂ 'ਚੋਂ ਕਿਤੇ 10, 20, 40 ਦਿਨ ਧੁੱਪ ਲੱਗਦਾ ਬੱਦਲ, ਬਾਕੀ ਸਾਰਾ ਸੂਰਜ ਆ। ਅਤੇ ਸਾਨੂੰ ਇਸ ਕਿਸਮ ਦੀ ਊਰਜਾ ਰੱਖਣੀ ਚਾਹੀਦੀ ਸੀ। ਕੋਲਾ ਜਿਹੜਾ ਪੰਜਾਬ 'ਚ ਹੈ ਹੀ ਨਹੀਂ, ਉਹਦੇ ਪਲਾਂਟ ਲਾਉਣ ਦਾ ਕੀ ਮਤਲਬ ਹੈ?
ਬਾਦਲਾਂ ਸਾਰੇ ਕੋਲੇ ਦੇ ਪਲਾਂਟ ਲਾਤੇ। ਇੱਕ ਅਸੀਂ ਜਦੋਂ ਪ੍ਰੈਕਟਿਸ ਕਰ ਲਈ ਕਿ ਬਠਿੰਡੇ ਵਾਲਾ ਜਿਹੜਾ ਹੈ ਉਹ ਉੱਥੋਂ ਬਿਹਾਰ ਤੋਂ ਪੂਰੀ ਦੀ ਪੂਰੀ ਗੱਡੀ ਆਣ ਕੇ ਉਹਦੇ ਵਿੱਚ ਖਪਤ ਹੁੰਦੀ ਤੋਂ ਚੱਲਦਾ, ਤੇ ਤੀਜੇ ਦਿਨ ਉਹ ਖਲੋਤਾ ਹੁੰਦਾ, ਮੁੜ ਕੇ ਦੂਜਾ ਕੋਲਾ ਨਹੀਂ ਆਇਆ, ਤੇ ਉਹ ਮਹਿੰਗਾ ਹੈ। ਤੇ ਅਸੀਂ ਉਹ ਕਿਉਂ ਸਾਰੇ ਰਾਜਪੁਰਾ, ਬਠਿੰਡਾ, ਗੋਂਦਵਾਲ ਔਰ ਜਿੰਨੇ ਹੈਗੇ ਆ ਇਹ ਲਾ ਤੇ ਕੋਲੇ ਕਰ ਲਿਆ ਉਹਨਾਂ ਨਾਲ। ਫੇਰ ਅੱਗੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਤੁਸੀਂ ਗਰਮੀਆਂ 'ਚ ਬੱਤੀ ਜ਼ਿਆਦਾ ਲੈਂਦੇ ਆ ਤੇ ਅਸੀਂ ਤਾਂ ਤੁਹਾਨੂੰ ਦੇਣੀ ਆ ਮਿਸ ਕੇ, ਗਰਮੀ ਹੋਵੇ ਸਰਦੀ ਹੋਵੇ ਤੁਸੀਂ ਸਾਡੇ ਕੋਲ ਇੰਨੀ ਬਿਜਲੀ ਲਓਗੇ, ਸਾਡੇ ਨਾਲ ਕੰਟਰੈਕਟ ਕਰੋਗੇ, ਫਿਰ ਅਸੀਂ ਚਲਾਵਾਂਗੇ। ਇਹ ਕਹਿੰਦੇ ਠੀਕ ਹੈ ਜੀ, ਇਹਨਾਂ ਕੰਟਰੈਕਟ ਕਰ ਲਿਆ। ਹੁਣ ਭਾਵੇਂ ਅਸੀਂ ਉਹਨਾਂ ਕੋਲ ਬੱਤੀ ਲਈਏ ਨਾ ਲਈਏ, ਉਹ ਸਾਡੇ ਕੋਲ ਪੈਸੇ ਲੈਂਦੇ ਆ। ਤਾਂ ਸਵੇਰੇ ਸਵੇਰ ਉੱਠਦਿਆਂ ਸਾਰ ਹੀ ਪੰਜਾਬੀਆਂ ਨੂੰ 10 ਕਰੋੜ ਰੁਪਈਆ ਪੈਂਦਾ ਕੋਲੇ ਦੇ ਪਲਾਂਟ ਜਿਹੜੇ ਖੜੇ ਆ। ਸੈਕੰਡਲੀ ਰੇਟ, ਕੇਂਦਰ ਕਹਿੰਦਾ ਜੀ ਸਾਡੇ ਕੋਲ ਬਿਜਲੀ ਲੈ ਲਓ ਜਿੰਨੀ ਮਰਜ਼ੀ, 3 ਰੁਪਈਏ ਯੂਨਿਟ। ਆ ਜਿਹੜਾ ਕੇਜਰੀਵਾਲ ਆ ਇਹ 3 ਰੁਪਈਏ ਯੂਨਿਟ ਤੋਂ ਹੀ ਬਣਿਆ ਮੁੱਖ ਮੰਤਰੀ। ਹੋਰ ਇਹਨੇ ਕੀ ਕੀਤਾ, ਜਾਂ ਪਾਣੀ ਹੈ ਜਾਂ ਬਿਜਲੀ ਹੈ। ਉਹ 3 ਰੁਪਈਏ ਉਹਦੇ ਕੋਲ ਤਾਂ ਕੋਈ ਪਲਾਂਟ ਹੈ ਹੀ ਨਹੀਂ। ਦਿੱਲੀ ਸਟੇਟ ਕੋਲ ਤਾਂ ਕੋਈ ਪਾਵਰ ਜਨਰੇਸ਼ਨ ਹੀ ਹੈ ਨਹੀਂ, ਉਹ ਤਾਂ ਉਹਦੇ ਕੋਲ 3 ਰੁਪਈਏ ਲੈਂਦਾ। ਤਾਂ ਵਪਾਰੀਆਂ ਨੂੰ, ਕਾਰਖਾਨੇਦਾਰਾਂ ਨੂੰ 5 ਵੇਚਦਾ, ਜਿਹੜੇ 2 ਉੱਥੋਂ ਬਚਦੇ ਕ੍ਰਾਸ ਸਬਸਿਡੀ ਕਰ ਦਿੰਦਾ, ਗਰੀਬਾਂ ਨੂੰ ਦੇ ਦਿੰਦਾ, ਤੇ ਉਹ ਬਿਨਾਂ ਕਿਸੇ ਪਲਾਂਟ ਤੋਂ, ਬਿਨਾਂ ਕਿਸੇ ਮੈਨੇਜਮੈਂਟ ਤੋਂ ਵਧੀਆ ਕੰਮ ਚਲਾਈ ਜਾਂਦਾ। ਹੁਣ ਸਾਡਾ ਜਿਹੜਾ ਗੋਂਦਵਾਲ ਆ ਉਹ 7.5 ਰੁਪਈਏ ਦਾ ਸਾਡਾ ਠੇਕਾ, ਉੱਥੇ 6.5 ਦੇ ਉੱਤੇ ਉੱਥੋਂ ਜਿਹੜੇ ਬਿਜਲੀ ਦੇ ਮੁਲਾਜ਼ਮ ਨੇ, ਜਿਹੜੀ ਉਹ ਟਰਾਂਸਮਿਸ਼ਨ ਹੋਣੀ ਹੈ ਖਿੱਚ ਕੇ ਲਿਆਉਣਾ, ਜਿਹੜੀ ਉਹ ਡਿਮਾਂਡ ਜਿਹੜੀ ਘਰਾਂ ਤੱਕ ਜਾਣੀ ਹੈ, 10.5 ਰੁਪਈਏ। ਮੇਰਾ ਸਵਾਲ ਤੋਂ ਤੁਸੀਂ ਭਟਕ ਗਏ। ਮੇਰਾ ਸਵਾਲ ਹੈ ਸੀ ਕਿ ਜ਼ਿਮੀਂਦਾਰਾਂ ਨੂੰ ਜਿਹੜੀ ਬਿਜਲੀ ਮੁਫਤ ਕਹੀ ਜਾਂਦੀ ਹੈ ਉਹ ਸਾਲ 'ਚ ਕਿੰਨੀ ਦੇਰ, ਕਿਸ ਟਾਈਮ ਮਿਲਦੀ ਹੈ, ਔਰ ਕਿੰਨੀ ਬੱਤੀ ਜਿਹੜੀ ਆ ਮਿਲਦੀ ਹੈ? ਆ ਦੇਖੋ ਜੀ, ਉਹ ਮੈਂ ਗੱਲ ਤੇ ਸੀਗੀ ਅੱਧੀ ਜਰਾ ਉਧਰ ਜ਼ਿਆਦਾ ਹੋ ਗਈ। ਭਈ ਜੇ ਸਾਨੂੰ ਜਿਹੜੀ ਘਰ ਦੀ 10.5 ਮਿਲ ਰਹੀ ਹੈ, ਤੇ ਜਿਹੜੀ ਕਿ ਸਾਨੂੰ 3 ਰੁਪਈਏ ਮਿਲਣੀ ਚਾਹੀਦੀ ਹੈ, ਜਾਂ ਵੱਧ ਤੋਂ ਵੱਧ 4 ਮਿਲਣੀ ਚਾਹੀਦੀ ਹੈ, ਉਹ ਸਾਨੂੰ ਸਾਡੇ ਟਿਊਬਵੈੱਲ ਫ੍ਰੀ ਨਹੀਂ ਚੱਲ ਰਹੇ, ਕਿਉਂਕਿ ਜਿੰਨਾ ਫ੍ਰੀ ਚੱਲ ਰਿਹਾ ਉਹਨਾਂ ਸਾਡੇ ਘਰ ਦੇ ਉੱਤੇ ਬਹੁਤ ਜਿਹੜਾ ਜ਼ਿਆਦਾ ਪਿਆ ਹੋਇਆ। ਸੈਕੰਡ, ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰਾਂ ਆਈਆਂ ਨੇ ਆਫਟਰ ਟੈਰਰਿਜ਼ਮ, ਜਦੋਂ ਟੈਰਰਿਜ਼ਮ ਦਾ ਜਦੋਂ ਸਾਰਾ ਖਰਚਾ ਪਿਆ, ਪੰਜਾਬ ਪਹਿਲੀ ਵਾਰੀ ਕਰਜ਼ਾਈ ਹੋਇਆ। 1980 ਤੱਕ ਇਹ ਸਰਪਲਸ ਸਟੇਟ ਸੀ ਕਿ ਇਹਦੀ ਆਮਦਨ ਜ਼ਿਆਦਾ ਹੀ, ਖਰਚਾ ਘੱਟ ਸੀ। ਤਾਂ ਟੈਰਰਿਜ਼ਮ ਨੇ ਇਹਨੂੰ ਪਹਿਲੀ ਵਾਰ ਕਰਜ਼ਾਈ ਬਣਾਇਆ, ਕਿਉਂਕਿ ਫੌਜ ਦਾ, CRP ਦਾ ਜੋ ਖਰਚਾ ਸੀ ਪਾ ਦਿੱਤਾ। ਫਿਰ ਇਹ 20,000 ਕਰੋੜ ਦੇ ਹਿਸਾਬ ਨਾਲ ਚੱਲਿਆ। ਕਾਂਗਰਸ ਵੀ 20,000 ਕਰੋੜ, ਅਕਾਲੀ ਵੀ ਧੱਕੀ ਆਏ। ਬਾਦਲ ਨੇ 46,000 ਕਰੋੜ ਦੇ ਘਾਟੇ ਦੇ ਸਰਕਾਰ ਲਈ, ਤਾਂ 10 ਸਾਲ ਚਲਾ ਕੇ 2 ਲੱਖ ਤੋਂ ਪਲੱਸ ਕਰਕੇ ਤੇ ਚਲੇ ਗਿਆ। ਉਹ ਤੇ 92,000 ਕਰੋੜ, ਸੁਣ ਲਓ, 92,000 ਕਰੋੜ ਰਾਜੇ ਨੇ ਪਾਤਾ। ਹੁਣ ਇਸ ਵੇਲੇ ਪੰਜਾਬ ਦੀ ਹਾਲਤ ਇਹ ਆ ਕਿ ਇਹਦੇ ਕੋਲੋਂ ਵਿਆਜ ਮੋੜਨ ਵਾਸਤੇ ਹੋਰ ਕਰਜ਼ਾ ਲੈਣਾ ਪੈ ਰਿਹਾ। ਹੁਣ ਰਾਜਾ ਤਨਖਾਹਾਂ ਦੇਣ ਲਈ ਤੇ ਬਾਕੀ ਖਰਚੇ ਚਲਾਉਣ ਲਈ ਕੋਵਿਡ ਦਾ ਰੌਲਾ ਪਾ ਕੇ ਜਦੋਂ ਗਿਆ ਪ੍ਰਧਾਨ ਮੰਤਰੀ ਕੋਲ ਕਿ ਸਾਨੂੰ ਕਰਜ਼ਾ ਦਿਓ, ਉਹ ਕਹਿੰਦਾ ਜੀ ਤੁਹਾਡੇ 'ਤੇ ਸ਼ਰਤਾਂ ਲੱਗਣਗੀਆਂ, ਕਿਉਂਕਿ 3% ਤੁਸੀਂ ਲੈ ਸਕਦੇ ਆਮਦਨ ਦਾ, ਉਹ ਬਾਦਲ ਲੈ ਗਿਆ, ਤੁਸੀਂ ਹੋਰ ਲਓਗੇ ਤਾਂ ਸ਼ਰਤਾਂ ਕਰਨੀਆਂ ਲੱਗਣਗੀਆਂ। ਤਾਂ 13,000 ਕਰੋੜ ਦਾ ਕਰਜ਼ਾ ਮਨਜ਼ੂਰ ਹੋਇਆ, ਜਿਹੜਾ ਜਨਵਰੀ 2021 ਦੇ ਵਿੱਚ ਸ਼ੁਰੂ ਹੋਣਾ। ਉਹਦੇ ਨਾਲ ਹੀ ਸਾਰੀਆਂ ਜਿਹੜੀਆਂ ਸਬਸਿਡੀਆਂ ਮਿਲਦੀਆਂ ਪੰਜਾਬ ਨੂੰ ਵਾਪਸ ਹੋ ਰਹੀਆਂ, ਔਰ ਜਨਵਰੀ ਦੇ ਵਿੱਚ ਕਿਸਾਨਾਂ ਨੂੰ ਬਿੱਲ ਲੱਗ ਰਿਹਾ। ਮੈਂ ਪਿੰਡ ਪਿੰਡ ਦੱਸ ਰਿਹਾ, ਤੇ ਜਨਵਰੀ 'ਚ ਬਿੱਲ ਲੱਗੇ। ਰਾਜਾ ਕਹਿੰਦਾ ਜੀ ਤੁਸੀਂ ਬਿੱਲ ਜਮ੍ਹਾਂ ਕਰਾ ਕੇ ਉਹ ਸਾਨੂੰ ਪਰਚੀ ਦੇ ਦਿਓ ਤੇ ਅਸੀਂ ਤੁਹਾਡੇ ਉਹਨੇ ਪੈਸੇ ਪਾ ਲਾਂਗੇ। ਬੰਬੀ ਤੇ ਮੇਰੇ ਦਾਦੇ ਦੇ ਨਾਂ ਤੇ ਆ, ਤੇ ਮੈਂ ਤੇ ਜਮ੍ਹਾਂ ਕਰਾਇਆ, ਮੇਰਾ ਕਿਹੜਾ ਖਾਤਾ ਜਿੱਥੇ ਮੇਰੇ ਦਾਦੇ ਦੇ ਤੁਸੀਂ ਪਾਓ। ਫਿਰ ਮੈਂ ਕਹਿ ਰਿਹਾ ਕਿ ਜਿਹੜੇ ਬੰਬੀਆਂ ਨੂੰ ਮਿਲਦਾ ਬੱਤੀ ਮਿਲਦੀ, ਕਿਆ ਉਹ ਪੂਰੀ ਮਿਲਦੀ ਹੈ, ਔਰ ਕਿਆ ਪੂਰਾ ਸਾਲ ਮੁਫਤ ਬੰਬੀ ਤੇ ਬੱਤੀ ਚੱਲਦੀ ਹੈ? ਨਹੀਂ, ਉਹ ਇੱਕ ਚੈਪਟਰ ਹੋਰ ਹੈ। ਜਦੋਂ ਅਸੀਂ ਲੜੇ ਆ ਫ੍ਰੀ ਪਾਵਰ ਲਈ, ਉਦੋਂ ਅਸੀਂ ਪੰਜਾਬ ਨਾਲ ਤੇ ਕੇਂਦਰ ਨਾਲ ਇਸ ਸਵਾਲ 'ਤੇ ਨਹੀਂ ਲੜੇ ਐਵੇਂ ਕਿ ਸਾਨੂੰ ਬੱਤੀ ਦੇ ਦਿਓ। ਅਸੀਂ ਆਪਣੇ ਅਨਾਜ ਦੀ ਰਾਇਲਟੀ ਮੰਗੀ ਉਹਨਾਂ ਕੋਲ ਕਿ ਸਾਡੀ ਜਿਹੜਾ ਤੁਹਾਨੂੰ ਅਸੀਂ ਸੈਲਫ ਸਫੀਸ਼ੀਐਂਟ ਬਣਾਇਆ, ਇਹਦੀ ਜਿਹੜੀ ਰਾਇਲਟੀ, ਜਾਂ ਤਾਂ ਰਾਇਲਟੀ ਨਕਦ ਦੇ ਦਿਓ ਤੇ ਜਾਂ ਸਾਡੇ ਤੁਸੀਂ ਬਿੱਲ ਜਿਹੜੇ ਫ੍ਰੀ ਕਰ ਦਿਓ, ਇਹ ਸਾਡਾ ਰਾਈਟ ਬਣਦਾ। ਇਹਦੇ ਉੱਤੇ ਉਹਨਾਂ ਕੋਲ ਕੋਈ ਜਵਾਬ ਨਹੀਂ, ਇਸ ਕਰਕੇ ਉਹਨਾਂ ਸਾਨੂੰ ਜਿਹੜੇ ਬਿੱਲ ਆ ਉਹ ਵੇਵ ਆਫ ਕੀਤੇ। ਹੋਰ ਵੀ ਸਟੇਟਾਂ ਨੇ ਕੀਤੇ ਆ, ਕਿਉਂਕਿ ਇਹ ਕੋਈ ਕਿਸਾਨਾਂ ਨੂੰ ਸਮਝ ਲਓ ਵੀ ਉੱਦਾਂ ਹੀ ਨਹੀਂ ਕੁਛ ਦਿੱਤਾ। ਹਾਂ, ਇਹ ਸਾਡਾ ਰਾਈਟ ਬਣਦਾ ਸੀ। ਅਸੀਂ ਉਹਨਾਂ ਨੇ ਕਿਹਾ ਚੱਲ ਇਹ ਵੀ ਲਾ ਲਓ। ਹੁਣ ਵੀ ਕਹਿੰਦੇ ਅਸੀਂ ਲਾ ਲਓ, ਇਹ ਤੁਸੀਂ ਉੱਧਰ ਆ ਜਾਓ, ਸਵਾਮੀਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਸਹੀ ਕਰ ਦਿਓ। ਗੱਲੀ ਬਾਤ ਹੀ ਨਹੀਂ ਨਾ, ਤੁਸੀਂ ਸਾਡੇ ਨਾਲ ਡਿਬੇਟ ਕਰੋ ਕਿ ਜੋ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ
ਉਹ ਤੁਸੀਂ ਲਾਗੂ ਕੀਤਾ, ਚਲੋ ਉਹ ਲਾਗੂ ਕਰ ਦਿਓ, ਲਾ ਦਿਓ ਬਿੱਲ, ਸਾਨੂੰ ਕੋਈ ਗੱਲ ਨਹੀਂ ਹੈ। ਜਾਂ ਜਿਣਸਾਂ ਦੇ ਭਾਅ ਸਹੀ ਦਿਓ, ਜਾਂ ਕੋਈ ਰੈਲਟੀ ਦਿਓ, ਜਾਂ ਕੋਈ ਸਾਨੂੰ ਪਾਣੀ ਫ੍ਰੀ ਦਿਓ, ਕੁਛ ਤੇ ਦਿਓ, ਤੇ ਸਾਨੂੰ ਤੇ ਘਾਟਾ ਪੈ ਰਿਹਾ, ਫਿਰ ਵੀ ਘਾਟਾ ਪੈ ਰਿਹਾ। ਇਹ ਉਹ ਲੋਕ ਗੱਲਾਂ ਕਰਦੇ ਆ ਜਿਨ੍ਹਾਂ ਨੇ ਕਿਸਾਨੀ ਦੀਆਂ ਬਾਕੀ ਚੀਜ਼ਾਂ ਦੀ ਸਟੱਡੀ ਨਹੀਂ ਕੀਤੀ। ਉੱਦਾਂ ਹੀ ਇੱਕ ਗੱਲ ਕਰ ਦੇਣੀ ਜਿਸ ਦੇ ਬਾਰੇ ਕੋਈ ਬਹੁਤੀ ਸਮਝ ਨਹੀਂ ਹੈਗੀ। ਹਾਂਜੀ, ਉਹ ਜਿਹੜਾ ਪਾਸ਼ ਨੇ ਲਿਖਿਆ, ਜਿਨ੍ਹਾਂ ਨੇ ਤੱਕੀਆਂ ਨਹੀਂ ਕੋਠੇ ਤੇ ਸੁੱਕਦੀਆਂ ਸੁਨਹਿਰੀ ਛੱਲੀਆਂ, ਤੇ ਨਹੀਂ ਤੱਕੇ ਮੰਡੀਆਂ ਦੇ ਸੁੱਕਦੇ ਭਾਅ, ਉਹ ਕਦੀ ਨਹੀਂ ਜਾਣਦੇ ਕਿ ਦਿੱਲੀ ਦੀ ਹੁਕਮਰਾਨ ਔਰਤ ਦੀ ਕਿੱਦਾਂ ਦੁਸ਼ਮਣੀ ਹੈ, ਪੈਰੋਂ ਨੰਗੀ ਮੇਰੇ ਪਿੰਡ ਦੀ ਸੋਹਣੀ ਕੁੜੀ ਦੇ ਨਾਲ। ਇਹ ਜਿਨ੍ਹਾਂ ਨੇ ਨੇੜਿਓਂ ਵੇਖਿਆ ਨਹੀਂ, ਉੱਦਾਂ ਦੀਆਂ ਗੱਲਾਂ। ਕਿਸਾਨਾਂ ਨੂੰ ਕੁਝ ਵੀ ਮੁਫਤ। ਇਹ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਦਾ, ਕਿੰਨਾ ਲੰਬਾ ਮੋਰਚਾ ਜਿਹੜਾ ਤੁਸੀਂ ਸੋਚਦੇ ਹੋ ਕਿ ਚੱਲੇਗਾ? ਇਹ ਦੇਖੋ ਜੀ, ਇਹ ਮੋਰਚਾ ਰੂਲਿੰਗ ਕਲਾਸ ਜਿਵੇਂ ਕਰਦੀ ਆ, ਉਹੋ ਹੀ ਕੰਮ ਭਾਰਤ 'ਚ ਹੋ ਰਿਹਾ। ਧੱਕੇ ਨਾਲ ਇੰਪਲੀਮੈਂਟ ਕਰ ਦਿੱਤਾ, ਤੇ ਇਹ ਹੁਣ ਜਦੋਂ ਲਾਗੂ ਹੋਣਾ, ਇਹੋ ਜਿਹੀ ਸਥਿਤੀ 'ਚ ਜਿੱਥੇ ਅਸੀਂ ਗੱਲ ਕਰ ਸਕਦੇ ਹਾਂ ਤੇ ਐਜੀਟੇਸ਼ਨ ਕਰ ਸਕਦੇ ਹਾਂ, ਇਹੋ ਜਿਹੀ ਸਥਿਤੀ 'ਚ ਤਾਂ ਨਹੀਂ ਕਿਸੇ ਨੇ ਲਾਗੂ ਹੋਣ ਦੇਣਾ। ਤੁਸੀਂ ਕਿਸਾਨ ਦੀ ਜ਼ਮੀਨ ਦੇ ਤੁਸੀਂ ਧੋਖੇ ਨਾਲ ਲਿਖਾ ਲਓ ਇੱਕ ਵਾਰੀ, ਤੇ ਨਾ ਦਿਓ ਉਹਨੂੰ, ਮੁੜ ਕੇ ਤੁਸੀਂ ਉਹ ਰੈਂਟ ਨਾ ਦਿਓ, ਤੇ ਤੁਸੀਂ ਸ਼ਰਤਾਂ ਨਾ ਮੰਨੋ, ਤੇ ਕਿਸਾਨ ਲੜ ਕੇ ਮਰ ਜੂ ਖੇਤ ਦੇ ਵਿੱਚ। ਇਹ ਪੰਜਾਬੀ ਹੈ, ਇਹ ਕੋਈ ਐਡੀ ਮੈਨੂੰ ਤਾਂ ਦੇਖਦਾ ਕਿ ਜਾਂ ਤਾਂ ਇਹ ਹੁਣੇ ਵਾਪਸ ਲੈ ਲੈਣ, ਚੰਗੀ ਗੱਲ ਇਹ ਹੈ। ਚੰਗੇ ਜੇ ਇਹਨਾਂ ਨੇ ਇੰਪਲੀਮੈਂਟ ਕਰਨਾ ਤੇ ਠੱਗੀ ਮਾਰਨ ਦੀ ਕੋਸ਼ਿਸ਼ ਕਰਨੀ ਆ, ਧੱਕੇਸ਼ਾਹੀ ਕੋਸ਼ਿਸ਼, ਤਾਂ ਇਹ ਫੌਜ ਨਾਲ ਕਰ ਸਕਦੇ ਆ, CRP ਨਾਲ ਕਰ ਸਕਦੇ ਆ। ਉਹ ਵੀ ਇੱਕ ਹੱਦ ਤੇ ਲੋਕ ਡਰਦੇ ਚੁੱਪ ਰਹਿਣਗੇ, ਲੇਕਿਨ ਆ ਕੇ ਜਿਵੇਂ ਸਾਰੀ ਦੁਨੀਆ ਦੇ ਅੰਦਰ ਕਿਸਾਨ ਬਗਾਵਤ ਕਰਦਾ, ਉੱਦਾਂ ਦੇ ਹਾਲਾਤ ਇਹ ਜਾਣ ਬੁੱਝ ਕੇ ਬਣਾ ਰਿਹਾ ਇੱਥੇ। ਅੱਜ ਕਿਸਾਨ ਸ਼ਾਂਤ ਹੈ, ਅੱਜ ਸੜਕ ਤੇ ਆਉਂਦਾ। ਅੱਜ ਦੀ ਤਰੀਕ ਤੱਕ ਕਿਸੇ ਦੀ 1 ਰੁਪਈਏ ਦੀ ਭੰਨ ਤੋੜ ਨਹੀਂ ਕੀਤੀ ਕਿਸਾਨ ਨੇ। ਏਡੀ ਵੱਡੀ ਐਜੀਟੇਸ਼ਨ ਹੋਈ ਆ ਜਿਹੜੀ ਜੂਨ ਤੋਂ ਸ਼ੁਰੂ ਆ, ਔਰ ਰੇਲਾਂ ਤੇ ਬਾਜ਼ਾਰਾਂ ਤੇ ਈਵਨ ਪੈਟਰੋਲ ਪੰਪਾਂ ਦੇ ਰਿਲਾਇੰਸ ਵਾਲਿਆਂ ਦੇ ਘਰਾਓ ਕੀਤੇ ਆ, ਪਰ ਕਿਸੇ ਨੂੰ ਆਖਿਆ ਨਹੀਂ ਕੁਛ। ਤੇ ਜੇ ਸਰਕਾਰ ਧੱਕੇ ਨਾਲ ਬਾਈ ਫੋਰਸ ਦਬਾਊਗੀ ਤੇ ਉਧਰੋਂ ਸ਼ੁਰੂ ਹੋ ਜਾਊਗਾ, ਤੇ ਫਿਰ ਕੁਝ ਰਿਜ਼ੈਂਟਮੈਂਟ ਵੀ ਹੋਊਗੀ। ਇਸ ਕਰਕੇ ਇੱਕ ਚੀਜ਼ ਸਾਫ਼ ਹੈ ਕਿ ਜਾਂ ਬਿੱਲ ਵਾਪਸ ਲੈ ਲੈਣ, ਤੇ ਜਾਂ ਦੇਸ਼ ਸ਼ਾਂਤ ਨਹੀਂ ਰਹੂਗਾ। ਇਟਸ ਵੈਰੀ ਮਚ ਕਲੀਅਰ। ਤਾਂ ਇਸ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਜੀ, ਤੁਹਾਨੂੰ ਇਹਨਾਂ ਨਾਲ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ, ਇਸ ਬਾਰੇ ਸਾਨੂੰ ਆਪਣੀ ਰਾਏ ਜ਼ਰੂਰ ਦੇਣਾ। ਰਾਏ ਦੇਣ ਲਈ ਸਾਡੇ ਫੇਸਬੁੱਕ ਪੇਜ, ਟਵਿੱਟਰ 'ਤੇ ਆਪਣੇ ਕਮੈਂਟ ਜ਼ਰੂਰ ਜਿਹੜੇ ਆ ਉਹ ਸਾਂਝੇ ਕਰਨਾ, ਤਾਂ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਜਿਹੜੇ ਜਨਹਿਤ ਦੇ ਮੁੱਦੇ ਆ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਧੰਨਵਾਦ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।